ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁਬਦੇ ਪੱਥਰ ਤਾਰੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਸੱਜਣ ਸੱਚਾ ਪਾਤਸ਼ਾਹੁ, ਸਿਰ ਸਾਹਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਗਹਿਰੀ ਕਰ ਕੈ ਨੀਵ ਖੁਦਾਈ, ਉਪਰ ਮੰਡਪ ਛਾਏ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬਲਾਏ। ਗਹਿਰੀ ਕਰ ਕੈ ਨੀਵ ਖੁਦਾਈ, ਉਪਰ ਮੰਡਪ ਛਾਏ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬਲਾਏ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ। ਬਿਨ ਸਜਾਈ ਝੂਠੀ ਦੇਹੀ, ਰਹਾਉ। ਮੇਰੀ ਮੇਰੀ ਕੈਰੋ ਕਰਤੇ, ਦੁਰਜੋਧਨ ਸੇ ਭਾਈ। ਬਾਰਹ ਜੋਜਨ ਛਤਰ ਚਲੈ ਥਾ, ਦੇਹੀ ਗਰਜਨ ਖਾਈ।
सर्व सोयन की लंका होती, रावण से अधिकाई। कहा पयो दर बांधे हाथी, खिन में भई पराई। दुर्वासा स्यों करत ठगौरी, यादव फल पाए। कृपा करी जन अपने ऊपर, नाम दियो हर गुण गाए। दुर्वासा स्यों करत ठगौरी, यादव फल पाए। कृपा करी जन अपने ऊपर, नाम दियो हर गुण गाए। वाहेगुरु वाहेगुरु वाहेगुरु। ਧੰਨ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ, ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਅਤੇ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤਮਸਤਕ ਹੋ। ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ, ਸ਼ਬਦ ਗੁਰੂ, ਗਿਆਨ ਗੁਰੂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਸੰਗਤ ਜੀ ਗੁਰੂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਆਪ ਜੀ ਨੇ ਪਹਿਲੋਂ ਪਾਵਨ ਗੁਰਮਤਿ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਸਰਵਣ ਕੀਤਾ। ਉਪਰੰਤ ਦਸਮ ਚਮਤਕਾਰ ਗੁਰ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ। ਸੋ ਆਓ ਹੁਣ ਸਮਾਂ ਹੋਇਆ ਸਤਿਗੁਰਾਂ ਦੇ ਹੁਕਮਾਂ 'ਤੇ ਪਹਿਰਾ ਦਿੰਦੇ ਹੋਏ ਸਤਿਗੁਰਾਂ ਦੇ ਮੁਬਾਰਕ ਹੁਕਮਨਾਮਿਆਂ ਦੀ ਵਿਚਾਰ। ਜਿੰਨੀ ਕੁ ਸਤਿਗੁਰਾਂ ਨੇ ਆਪਾਂ ਨੂੰ ਸੁਮਤ ਮਤ ਬੁੱਧ ਬਖਸ਼ੀ ਹੈ, ਉਹਦੇ ਮੁਤਾਬਕ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਆਪਾਂ ਗੁਰ ਸ਼ਬਦ ਵਿਚਾਰ ਆਰੰਭ ਕਰੀਏ। ਸਮੂਹ ਗੁਰੂ ਪਿਆਰ ਵਾਲਿਓ, ਆਸੀਸ ਬਖਸ਼ੋ ਨਿਮਾਣਿਆਂ ਨੂੰ ਤੇ ਗੁਰੂ ਚਰਨਾਂ ਵਿੱਚ ਸਦਾ ਜੁੜਨ ਦਾ ਪਰਨ ਕਰੋ। ਪ੍ਰੇਮ ਸਤਿਕਾਰ ਇਕਾਗਰ ਚਿੱਤ ਹੋ ਕੇ, ਦੋਨੋਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਅੰਗ ਸੰਗ ਜਾਣ ਕੇ
ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਜੋ ਜੀਵਨ ਇਤਿਹਾਸ ਸਰਵਣ ਕਰ ਰਹੇ ਹੋ, ਜਿਹਦੇ ਵਿੱਚ ਆਪ ਜੀ ਸਰਵਣ ਕਰੋਗੇ, ਸਤਿਗੁਰਾਂ ਨੇ ਇੱਕ ਵਾਰ ਤੁਰਕਾਂ ਤੇ ਪਹਾੜੀ ਰਾਜਿਆਂ ਤੇ ਭਰੋਸਾ ਕਰਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਨਿਰਮੋਹਗੜ੍ਹ ਦੇ ਕਿਲ੍ਹੇ ਵਿੱਚ ਆਣ ਡੇਰਾ ਕੀਤਾ ਅਤੇ ਉੱਥੇ ਘਮਾਸਾਣ ਦਾ ਯੁੱਧ ਹੋਇਆ, ਜਿਸ ਤੋਂ ਬਾਅਦ ਸਤਿਗੁਰੂ ਜੀ ਉਹ ਯੁੱਧ ਜੰਗ ਨੂੰ ਜਿੱਤ ਕੇ ਫਿਰ ਆਪਣੇ ਆਨੰਦਪੁਰ ਸਾਹਿਬ ਦੇ ਵਿੱਚ ਜਾ ਵਸੇ। ਇੱਕ ਵਾਰ ਫਿਰ ਐਸਾ ਸਮਾਂ ਆਉਣਾ ਜਦੋਂ ਫਿਰ ਤੁਰਕਾਂ ਤੇ ਪਹਾੜੀ ਰਾਜਿਆਂ ਗਊਆਂ ਦੀਆਂ ਸੌਹਾਂ ਖਾਣੀਆਂ ਅਤੇ ਸਤਿਗੁਰਾਂ ਨੇ ਫਿਰ ਉਹਨਾਂ ਦਾ ਸਿਦਕ ਵੇਖਣ ਵਾਸਤੇ ਆਪਣੇ ਘੋੜੇ ਖੱਚਰਾਂ ਇਤਿਆਦਿਕ ਅਤੇ ਠੀਕਰੀਆਂ ਘੜੇ ਹੋਰ ਕੂੜ ਕਬਾੜ ਲੱਦ ਕੇ ਕਿਲ੍ਹੇ 'ਚੋਂ ਬਾਹਰ ਕੱਢਣਾ ਅਤੇ ਤੁਰਕਾਂ ਨੇ ਫਿਰ ਹੱਲਾ ਬੋਲ ਦੇਣਾ। ਫਿਰ ਸਤਿਗੁਰਾਂ ਨੇ ਤੀਸਰੀ ਵਾਰ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਤਾਂ ਸੰਗਤ ਜੀ ਉਦੋਂ ਤੁਰਕਾਂ ਨੇ ਗੁਰੂ ਸਾਹਿਬ ਦੇ ਪਿੱਛੇ ਹਮਲਾ ਕਰਕੇ ਜਾਨੋਂ ਪਿਆਰੇ ਸਿੱਖਾਂ ਨੂੰ ਸ਼ਹੀਦ ਕਰ ਦੇਣਾ। ਉਹ 6 ਪੋਹ ਵਾਲੀ ਰਾਤ ਦਾ ਇਤਿਹਾਸ ਹੋਵੇਗਾ। ਗੁਰੂ ਕਿਰਪਾ ਕਰੇ, ਅਸੀਂ ਜਿੱਥੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹਾਂ, ਉੱਥੇ ਗੁਰ ਇਤਿਹਾਸ ਦੀ ਵਿਚਾਰ ਵੀ ਜ਼ਰੂਰ ਸਰਵਣ ਕਰਾਂਗੇ, ਕੋਸ਼ਿਸ਼ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਕੇ ਇਹ ਸੇਵਾਵਾਂ ਝੋਲੀ ਵਿੱਚ ਪਾਉਣ, ਬਖਸ਼ਿਸ਼ ਕਰਨ। ਆਪਾਂ ਸਾਰੇ ਰਲ ਮਿਲ ਗੁਰੂ ਦਰਬਾਰ ਵਿੱਚ ਬੈਠ ਕਰਕੇ ਗੁਰਮਤਿ ਦੀ ਵਿਚਾਰ ਸੁਣ ਕਰਕੇ ਆਪਣੇ ਜੀਵਨ ਦੇ ਵਿੱਚ ਗੁਰਮਤਿ ਨੂੰ ਥਾਂ ਦੇਈਏ, ਮਨ ਮਤ ਨੂੰ ਆਪਣੇ ਜੀਵਨ ਵਿੱਚੋਂ ਕੱਢੀਏ। ਮਨ ਮਤ ਇਹ ਹੈ ਵੀ ਗੁਰੂ ਦੀ ਗੱਲ 'ਤੇ ਅਸਰ ਨਾ ਕਰਨਾ, ਗੁਰ ਸ਼ਬਦ 'ਤੇ ਅਸਰ ਨਾ ਕਰਨਾ। ਜੋ ਮਨ ਨੇ ਕਹਿ ਦਿੱਤਾ, ਸੰਸਾਰਿਕ ਰਹੁ ਰੀਤੀਆਂ ਬਣੀਆਂ ਹੋਈਆਂ ਜਿਨ੍ਹਾਂ ਦਾ ਕੋਈ ਗੁਰਮਤਿ ਦੇ ਨਾਲ ਬਿਲਕੁਲ ਵੀ ਮਿਲਾਪ ਨਹੀਂ, ਮੇਲ ਨਹੀਂ, ਉਹਨਾਂ ਨੂੰ ਛੱਡ ਦੇਣਾ। ਗੁਰਮੁਖ ਗੁਰੂ ਵੱਲ ਮੁੱਖ ਕਰਕੇ ਭਾਵ ਗੁਰੂ ਦੀ ਵਿਚਾਰ 'ਤੇ ਪਹਿਰਾ ਦੇਣਾ, ਉਹਨੂੰ ਗੁਰਮੁਖ ਕਹਿੰਦੇ ਨੇ। ਮਨਮੁਖ, ਮਨ ਦੇ ਪਿੱਛੇ ਲੱਗ ਕੇ ਕਰਮ ਕਾਂਡ ਇਤਿਆਦਿਕ ਕਰਨੇ, ਉਹਨੂੰ ਮਨਮੁਖ ਕਹਿੰਦੇ ਨੇ। ਆਓ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 692-93 ਪਾਵਨ ਰਾਗ ਧਨਾਸਰੀ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਸ਼੍ਰੋਮਣੀ ਭਗਤ ਨਾਮਦੇਵ ਜੀ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਆਪ ਜੀ ਸਾਡੇ ਨਾਲੋਂ ਵੱਧ ਜਾਣਦੇ ਹੋਗੇ, ਕਈ ਥਾਵਾਂ 'ਤੇ ਭਗਤ ਨਾਮਦੇਵ ਜੀ ਦਾ ਨਾਮ ਭਗਤ ਨਾਮਦੇਵ ਜੀ ਆਇਆ, ਕਈ ਥਾਵਾਂ 'ਤੇ ਨਾਮ ਦੇ, ਕਈ ਥਾਂ 'ਤੇ ਨਾਮ ਦਿਓ, ਅਤੇ ਇਹ ਨਾਵਾਂ ਦਾ ਅਰਥ ਇੱਕੋ ਹੀ ਹੈ ਵੀ ਭਗਤ ਨਾਮਦੇਵ ਜੀ। ਭਗਤ ਨਾਮਦੇਵ ਜੀ ਦੀ ਬਾਣੀ ਹੈ ਜੋ ਸਿੱਧੇ ਤੌਰ 'ਤੇ ਸੰਗਤ ਜੀ ਗੁਰਮਤਿ ਦੇ ਨਾਲ ਜੋੜਦੀ ਹੈ। ਕਿਸੇ ਕੋਈ ਭਰਮ ਭੁਲੇਖੇ ਵਿੱਚ ਸਾਰੀ ਹੀ ਗੁਰਬਾਣੀ ਕਿਸੇ ਨੂੰ ਕੋਈ ਭਰਮ ਭੁਲੇਖੇ ਵਿੱਚ ਨਹੀਂ ਪਾਉਂਦੀ। ਇਹ ਤਾਂ ਠੀਕ ਹੈ, ਸਾਡਾ ਆਪਣਾ ਹੀ ਮਨ ਇਸ ਸੰਸਾਰ ਵਿੱਚ ਡਾਵਾਂ ਡੋਲੇ ਖਾਂਦਾ ਹੋਇਆ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦਾ। ਸਾਡਾ ਜੀਵਨ ਨਾ ਜਿਵੇਂ ਇੱਕ ਥਾਲੀ ਦੇ ਵਿੱਚ ਪਾਣੀ ਪਾਇਆ ਹੋਵੇ, ਥਾਲੀ ਲਵਾ ਲਵ ਭਰ ਦਿੱਤੀ ਜਾਏ ਪਾਣੀ ਦੇ ਨਾਲ, ਅਤੇ ਫਿਰ ਉਹ ਕਿਸੇ ਦੇ ਹੱਥ ਉੱਪਰ ਰੱਖ ਕੇ ਕਿਹਾ ਜਾਏ ਵੀ ਲੈ ਹੁਣ ਤੂੰ ਇਸ ਦੇ ਨਾਲ ਗੇੜਾ ਦੇ ਆ, ਅਤੇ ਪਾਣੀ ਨਹੀਂ ਡੁੱਲਣਾ ਚਾਹੀਦਾ। ਸਿੱਖੀ ਦੇ ਵਿੱਚ ਰਹਿਣਾ ਤੇ ਇਸ ਤਰ੍ਹਾਂ ਇਕਾਗਰਤਾ ਬਣਾ ਕੇ ਰਹਿਣਾ ਪੈਂਦਾ ਹੈ, ਜਿਵੇਂ ਥਾਲੀ ਦੇ ਵਿੱਚੋਂ ਪਾਣੀ ਨਾ ਡੁੱਲੇ। ਅਤੇ ਜਦੋਂ ਪਾਣੀ ਦੇ ਡੁੱਲਣਾ, ਥਾਲੀ ਨੇ ਡਾਵਾਂ ਡੁੱਲ ਹੋਣਾ, ਪਾਣੀ ਨੇ ਆਪਣੀ ਧੱਕ ਮਾਰਨੀ ਹੈ ਥਾਲੀ ਦੇ ਕਦੇ ਉਸ ਕੰਢੇ ਕਦੇ ਉਸ ਕੰਢੇ। ਅਤੇ ਇਸੇ ਤਰ੍ਹਾਂ ਮਨੁੱਖੀ ਮਨ ਹੈ, ਕਦੇ ਕਿਸੇ ਕੰਢੇ ਹੋ ਜਾਂਦਾ, ਕਦੇ ਕਿਸੇ ਕੰਢੇ ਹੋ ਜਾਂਦਾ ਹੈ। ਭਾਵ ਇਸ ਮਨ ਨੂੰ
ਟਿਕਾ ਨਹੀਂ, ਭਰੋਸਾ ਨਹੀਂ, ਵਿਸ਼ਵਾਸ ਨਹੀਂ। ਤੇ ਮੈਂ ਆਪ ਜੀ ਨੂੰ ਇਹ ਸੁਝਾਅ ਦੇਵਾਂਗਾ ਵੀ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰ ਦਿੱਤੀ, ਕਹਿ ਦਿੱਤਾ ਸਤਿਗੁਰੂ ਜੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਉਸ ਤੋਂ ਬਾਅਦ ਭੁੱਲ ਜਾਓ ਵੀ ਮੈਂ ਕਿਸੇ ਗੱਲ ਵਾਸਤੇ ਗੁਰੂ ਅੱਗੇ ਅਰਦਾਸ ਕੀਤੀ ਸੀ। ਕਿਉਂ? ਉਸ ਮਾਲਕ ਦੀ ਜ਼ਿੰਮੇਵਾਰੀ ਹੈ, ਉਸਨੇ ਆਪਣੀ ਕੀਤੀ ਅਰਦਾਸ ਨੂੰ ਜ਼ਰੂਰ ਫਲ ਫੁੱਲ ਲਾਉਣੇ ਨੇ। ਅਸੀਂ ਜੋ ਆਪਣੇ ਪਿਤਾ ਤੋਂ, ਆਪਣੇ ਮਾਤਾ ਤੋਂ, ਆਪਣੇ ਭਰਾਤਾ ਤੋਂ ਸਾਰੇ ਰਿਸ਼ਤੇ ਉਹਦੇ ਨਾਲ ਬਣਾ ਕੇ ਮੰਗ ਲਿਆ ਤੇ ਇਹ ਨਹੀਂ ਵੀ ਉਹਨੇ ਦੇਣਾ ਨਹੀਂ। ਭਰੋਸਾ ਰੱਖੋ ਤੇ ਉਹ ਜ਼ਰੂਰ ਦੇਵੇਗਾ। ਦੁਨੀਆ ਦੀ ਕੋਈ ਵੀ ਤਾਕਤ ਉਹ ਚੀਜ਼ ਮਿਲਣ ਤੋਂ ਨਹੀਂ ਰੋਕ ਸਕਦੀ ਜਿਹੜੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਮੰਗ ਲਈ। ਹਾਂ, ਜੇ ਉਸ ਥਾਲੀ ਦੇ ਪਾਣੀ ਦੀ ਤਰ੍ਹਾਂ ਡਗਮਗਾ ਗਏ, ਡਾਵਾਡੋਲ ਹੋ ਗਏ, ਇੱਥੋਂ ਪਤਾ ਨਹੀਂ ਮਿਲੇ ਨਾ ਮਿਲੇ, ਕਦੋਂ ਮਿਲੇ ਕੀ ਪਤਾ। ਕੋਈ ਛੇਤੀ ਦਿਵਾਉਣ ਵਾਲਾ ਮੇਰੇ ਵਰਗਾ ਬਾਬਾ ਵੀ ਬੈਠਿਆ, ਉਹਦੇ ਕੋਲੇ ਪਹੁੰਚ ਜਾਣਾ, ਫਿਰ ਸੰਗਤ ਜੀ ਜੀਵਨ ਤਹਿਸ ਨਹਿਸ ਹੋ ਜਾਂਦਾ ਹੈ। ਇਸ ਜੀਵਨ ਦਾ ਫਿਰ ਭਲਾ ਨਹੀਂ ਹੁੰਦਾ। ਕਿਉਂ? ਇਹ ਜੀਵਨ ਫਿਰ ਗੁਰੂ ਭਰੋਸੇ ਨਹੀਂ, ਪਰਮਾਤਮਾ ਭਰੋਸੇ ਨਹੀਂ, ਫਿਰ ਇਹ ਵਹਿਮਾਂ ਭਰਮਾਂ ਦੇ ਵਿੱਚ ਚਲਾ ਜਾਂਦਾ ਹੈ। ਅਤੇ ਵਹਿਮਾਂ ਭਰਮਾਂ 'ਚੋਂ ਗੁਰੂ ਸਾਹਿਬ ਕੱਢਦੇ ਨੇ, ਸਮਝਾਉਂਦੇ ਨੇ ਉਸ ਪਰਮ ਪਿਤਾ ਪਰਮਾਤਮਾ ਤੋਂ ਵੱਡਾ ਇਸ ਸੰਸਾਰ ਵਿੱਚ ਕੋਈ ਵੀ ਨਹੀਂ, ਜਿਹਦੇ ਬਾਬਤ ਸਤਿਗੁਰਾਂ ਨੇ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹਦੇ ਦਰ ਦੇ ਉੱਪਰ ਆ ਕਰਕੇ ਆਪਾਂ ਬਹਿੰਦੇ ਹਾਂ, ਨਤਮਸਤਕ ਹੁੰਦੇ ਹਾਂ, ਇਹਦੇ ਤੋਂ ਵੱਡਾ ਸੰਸਾਰ ਵਿੱਚ ਕੋਈ ਵੀ ਨਹੀਂ। ਸਾਰੇ ਕਹਿ ਲਓ ਵੀ ਜਗਤ ਦਾ ਸ਼੍ਰੋਮਣੀ ਜਾਗਤ ਜੋਤ, ਜਿਹਨੂੰ ਕਾਨੂੰਨੀ ਤੌਰ 'ਤੇ ਵੀ ਕਹਿ ਦਿੱਤਾ ਵੀ ਇਹ ਜਾਗਤ ਜੋਤ ਹੈ। ਅਤੇ ਜਾਗਤ ਜੋਤ ਗੁਰੂ ਕੀ ਨਹੀਂ ਕਰ ਸਕਦਾ? ਇਹ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਡੋਲਣ ਤੋਂ ਰੱਖਣ ਵਾਲਾ ਹੈ ਅਤੇ ਇਸ ਨੇ ਉਹਨਾਂ ਬ੍ਰਾਹਮਣਾਂ ਦੀ ਵੀ ਰੱਖਿਆ ਕੀਤੀ ਜਿਨ੍ਹਾਂ ਦਾ ਧਰਮ ਖਤਰੇ ਦੇ ਵਿੱਚ ਸੀ। ਇੱਕ ਵਾਰ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਹੋਏ, ਸਤਿਗੁਰੂ ਜੀ ਸਾਡਾ ਧਰਮ ਖਤਰੇ ਦੇ ਵਿੱਚ ਹੈ, ਰੋਜ਼ 1.25 ਮਣ ਜੰਝੂ ਲਾਹੇ ਜਾਂਦੇ ਨੇ, ਸਾਡੇ ਨਾਲ ਅਤਿਆਚਾਰ ਹੁੰਦਾ ਹੈ। ਗੁਰੂ ਸਾਹਿਬ ਨੇ ਇੱਕ ਵਾਰ ਉਹਨਾਂ ਨਾਲ ਜ਼ਬਾਨ ਸਾਂਝੀ ਕਰਕੇ ਕਿਹਾ ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਮਹਾਬਲੀ ਤਪੱਸਵੀ ਦੀ ਲੋੜ ਹੈ, ਉਹ ਆਪਣਾ ਬਲਿਦਾਨ ਦੇਵੇ, ਤੁਹਾਡਾ ਧਰਮ ਬਚ ਸਕਦਾ ਹੈ। ਅਤੇ ਸੰਗਤ ਜੀ ਫਿਰ ਗੋਬਿੰਦ ਰਾਏ 9 ਸਾਲ ਦੀ ਉਮਰ ਦੱਸੀ ਜਾਂਦੀ ਹੈ, ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਕੋਈ ਵੀ ਭਾਰੀ ਪੁਰਸ਼ ਤਪੱਸਵੀ ਇਸ ਦੁਨੀਆ 'ਤੇ ਅੱਜ ਦੇ ਟਾਈਮ ਵਿੱਚ ਨਹੀਂ ਹੈ। ਅਤੇ ਪਿਤਾ ਦੇ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਵਹਿ ਤੁਰੇ। ਵਾਹ ਪ੍ਰਮਾਤਮਾ! 6ਵੇਂ ਪਾਤਸ਼ਾਹ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਨੇ ਮੈਨੂੰ ਇੰਨੀ ਸੋਹਣੀ ਦਾਤ, ਇੰਨੀ ਤਕੜੀ ਦਾਤ ਦਿੱਤੀ ਕਿ 9 ਸਾਲ ਦੀ ਉਮਰ ਵਿੱਚ ਗਿਆਨ ਅਤੇ ਕੁਰਬਾਨ ਹੋਣ ਵਾਸਤੇ ਮੇਰਾ ਪੁੱਤਰ ਮੈਨੂੰ ਕਹਿ ਰਿਹਾ। ਅਤੇ ਸੰਗਤ ਜੀ ਗੁਰੂ ਸਾਹਿਬ ਨੇ ਫਿਰ ਉਹਨਾਂ ਦਾ ਇੱਕ ਵਾਰ ਮੰਗਣਾ ਅਤੇ ਫਿਰ ਸਾਰੇ ਪਰਿਵਾਰ ਦਾ ਨਿਸ਼ਾਵਰ ਹੋਣਾ। ਪੁੱਤਰ ਵਾਰਨੇ, ਪੋਤੇ ਵਾਰਨੇ, ਸਾਰਾ ਪਰਿਵਾਰ ਵਾਰਨਾ। ਪੁੱਤਰਾਂ ਦਾ ਦਾਨੀ, ਪਿਤਾ ਦਾ ਦਾਨੀ, ਮਾਤਾ ਦਾ ਦਾਨੀ, ਜਿਹਨੂੰ ਕਹਿੰਦੇ ਆ ਸਰਬੰਸ ਦਾਨੀ। ਉਹ ਕਲੰਗੀਆਂ ਵਾਲਾ ਕਦੇ ਵੀ ਕਿਸੇ ਨੂੰ ਖਾਲੀ ਨਹੀਂ ਮੋੜਦਾ, ਵਿਰਵਾ ਨਹੀਂ ਮੋੜਦਾ, ਪਰ ਵਿਸ਼ਵਾਸ ਅਤੇ ਭਰੋਸਾ ਉਸ ਗੁਰੂ 'ਤੇ ਹੋਣਾ ਚਾਹੀਦਾ। ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਵਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਉਹ ਪਰਮਾਤਮਾ ਦਾ ਇਹ ਕਾਰਜ ਹੈ, ਉਸ ਦਾ ਇਹ ਬਿਰਧਪੁਣਾ ਹੈ, ਉਸ ਦਾ ਸੁਭਾਅ ਹੈ। ਉਹ ਕਦੇ ਵੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜੇ ਕੋਈ ਨੀਵਾਂ ਹੋ ਕੇ ਉਹਦੀ ਸ਼ਰਨ ਵਿੱਚ ਆ ਗਿਆ, ਉਹਨੂੰ ਕੰਠ ਆਪਣੇ ਗਲ ਨਾਲ ਲਾ ਲੈਂਦਾ ਹੈ। ਜੇ ਕੋਈ ਉਸਦੇ ਦਰ 'ਤੇ ਚਤਰਾਈਆਂ ਚਲਾਕੀਆਂ ਕਰਦਾ ਹੈ ਤਾਂ ਸੰਗਤ ਜੀ ਫਿਰ ਜਿਹੋ ਜਿਹਾ ਭਾਂਡਾ ਲੈ ਕੇ ਆਵਾਂਗੇ ਫਲ ਤਾਂ ਉਹੋ ਜਿਹਾ ਹੀ ਪਾਇਆ ਜਾਊਗਾ ਨਾ ਉਹਦੇ ਵਿੱਚ। ਇਸ ਗੱਲ ਤੋਂ ਨੂੰ ਤੇ ਆਪ ਵੀ ਭਲੀ ਭਾਂਤ ਜਾਣਦੇ ਹੋ ਵੀ ਜਿਹੋ ਜਿਹਾ ਸਾਡੇ ਕੋਲ ਭਾਂਡਾ ਹੈ, ਵਸਤੂ ਤਾਂ ਉਹਦੇ ਵਿੱਚ ਉਹੋ ਜਿਹੀ ਪਾਈ ਜਾਣੀ ਹੈ। ਜਿਤਨਾ ਕੁ ਭਾਂਡਾ ਉਤਨੀ ਕੁ ਵਸਤੂ। ਫਿਰ ਭਾਂਡਾ ਵਿਸ਼ਾਲ ਅਤੇ ਸੋਹਣਾ ਹੋਵੇ
ਤੇ ਇਹ ਭਾਂਡਾ ਲਵਾ ਲਵ ਭਰ ਦਿੱਤਾ ਜਾਂਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਨੂੰ ਗੁਰੂ ਪਰਮਾਤਮਾ ਭਰ ਦੇਵੇ, ਫਿਰ ਉਹ ਭਾਂਡੇ ਕਦੇ ਵੀ ਖਾਲੀ ਨਹੀਂ ਹੁੰਦੇ, ਕਦੇ ਵੀ ਉਹਨਾਂ ਭਾਂਡਿਆਂ ਵਿੱਚੋਂ ਆਵਾਜ਼ ਨਹੀਂ ਆਉਂਦੀ। ਉਹ ਭਾਂਡਿਆਂ ਦੇ ਵਿੱਚੋਂ ਜੇ ਆਵਾਜ਼ ਆਉਂਦੀ ਹੈ ਮਿਠਾਸ ਦੀ, ਪ੍ਰੇਮ ਦੀ, ਭਾਵਨਾ ਦੀ, ਸ਼ਰਧਾ ਦੀ, ਇਕਾਗਰਤਾ ਦੀ, ਗੁਰਮੁਖਤਾ ਦੀ, ਬਹੁਤ ਚੰਗੀਆਂ ਆਵਾਜ਼ਾਂ ਆਉਣਗੀਆਂ। ਫਿਰ ਜਿਹੜੀ ਮੰਦ ਆਵਾਜ਼ ਹੈ, ਨਿੰਦਿਆ, ਚੁਗਲੀ, ਈਰਖਾ, ਦੁਆਸ਼ ਭਾਵ ਇਤਿਆਦਿਕ, ਇਹ ਸਾਰੀਆਂ ਆਪਣੇ ਆਪ ਹੀ ਮਿਟ ਜਾਂਦੀਆਂ ਨੇ। ਪਰ ਇਹ ਉਨਾ ਚਿਰ ਨਹੀਂ ਮਿਟਦੀਆਂ ਜਿੰਨਾ ਚਿਰ ਬੰਦੇ ਦੇ ਕਰਮ ਖੋਟੇ ਉਹਦੇ ਨਾਲ ਚੱਲ ਰਹੇ ਨੇ। ਤਾਂ ਭਗਤ ਨਾਮਦੇਵ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਅੱਜ ਉਹ ਸੱਚ ਬਿਆਨ ਕੀਤਾ ਜੋ ਸੰਸਾਰ ਦੇ ਵਿੱਚ ਸਭ ਦੇ ਨਾਲ ਵਾਪਰਨਾ ਹੈ, ਜੋ ਸੱਚਾਈ ਹੈ ਸੰਸਾਰ ਦੀ। ਕਹਿੰਦੇ ਨੇ ਇੱਥੇ ਹੰਕਾਰ ਘਮੰਡ ਕਿਸੇ ਗੱਲ ਦਾ ਵੀ ਨਾ ਕਰ। ਜੇ ਤੇਰੇ ਕੋਲ ਬਹੁਤਾ ਧਨ ਹੈ, ਤੂੰ ਬਹੁਤੇ ਪਦਾਰਥਾਂ ਦਾ ਮਾਲਕ ਹੈ, ਤਾਂ ਬੰਦਿਆ ਘਮੰਡ ਨਾ ਕਰ, ਹੰਕਾਰ ਨਾ ਕਰ ਵੀ ਮੇਰੇ ਕੋਲ ਬੜਾ ਕੁਝ ਹੈ, ਮੇਰੇ ਵਰਗਾ ਕੋਈ ਨਹੀਂ। ਕਿਉਂ? ਤੇਰੇ ਵਰਗੇ ਇੱਥੇ ਹਜ਼ਾਰਾਂ ਪਰਮਾਤਮਾ ਨੇ ਪੈਦਾ ਕੀਤੇ, ਲੱਖਾਂ ਪੈਦਾ ਕੀਤੇ, ਪਰ ਸਭ ਇਸ ਮਿੱਟੀ ਦੇ ਵਿੱਚ ਮਿਲ ਗਏ। ਫਿਰ ਤੇਰੀ ਕੀ ਔਕਾਤ ਹੈ? ਕਿਤਨਾ ਕੁ ਤੂੰ ਧਨਾੜ ਹੈ, ਕਿਤਨਾ ਕੁ ਧਨਾੜ ਹੋਣ ਦਾ ਘਮੰਡ ਗੁਮਾਨ ਕਰਕੇ ਕਿਹਨੂੰ ਦਿਖਾਉਣਾ ਹੈ? ਆਓ ਭਗਤ ਜੀ ਦੇ ਪਾਵਨ ਸ਼ਬਦਾਂ ਤੋਂ ਕੁਝ ਸਿੱਖਿਆ ਲਈਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮ ਪਿਤਾ ਪਰਮਾਤਮਾ ਇੱਕ ਹੈ। ਸदैव ਉਸ ਇੱਕ ਦੇ ਆਸਰੇ ਭਰੋਸੇ ਰਹਿਣਾ, ਉਸ ਇੱਕ ਦਾ ਧਿਆਨ ਧਰਨਾ, ਇੱਕ ਦਾ ਸਿਮਰਨ ਕਰਨਾ, ਤੇ ਇੱਕ ਦੇ ਉਪਦੇਸ਼ ਨੂੰ ਪਾਲਣਾ, ਭਾਵ ਸਤਿਗੁਰ ਸੱਚੇ ਗੁਰੂ ਦੀ ਸੰਗਤ ਕਰਨੀ, ਸੱਚੇ ਗੁਰੂ ਦੇ ਹੁਕਮ ਨੂੰ ਜੀਵਨ ਵਿੱਚ ਕਮਾ ਲੈਣਾ, ਤੇ ਪ੍ਰਸਾਦ ਭਾਵ ਉਸ ਦੀ ਕਿਰਪਾ ਲਾਹਾ ਖੱਟ ਲੈਣਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਇਹ ਹੀਰਿਆਂ ਤੋਂ ਮਹਿੰਗਾ ਕੀਮਤੀ ਜੀਵਨ ਮਿਲਿਆ ਮਨੁੱਖਾਂ ਦੇ ਹੀ, ਪਰ ਇਹ ਕੌਡੀਆਂ ਦੇ ਭਾਅ ਜਾ ਰਿਹਾ। ਇਹਦੀ ਸੰਭਾਲ ਕਰ। ਤਾਂ ਗੁਰੂ ਸਾਹਿਬ ਅੱਗੇ ਕਿਰਪਾ ਕਰਦੇ ਨੇ, ਗਹਿਰੀ ਕਰਕੇ ਨੀਵ ਖੁਦਾਈ, ਉਪਰ ਮੰਡਪ ਛਾਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਜੀ ਸਮਝਾਉਂਦੇ ਨੇ। ਕਹਿੰਦੇ ਭਾਈ ਇਸ ਜਗਤ ਦੇ ਵਿੱਚ ਹਰ ਕੋਈ ਆਪਣੇ ਮਹਿਲਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਬਣਾ ਰਿਹਾ, ਨੀਹਾਂ ਬੜੀਆਂ ਡੂੰਘੀਆਂ ਪੱਟ ਰਿਹਾ ਵੀ ਇਹ ਸਦੀਆਂ ਤੱਕ ਮਕਾਨ ਮੇਰਾ ਬਣਾਇਆ ਹੋਇਆ ਮਹਿਲ ਖੜਿਆ ਰਵੇ। ਨੀਂਹ ਕਮਜ਼ੋਰ ਹੋਏਗੀ ਤੇ ਮਹਿਲ ਡਿੱਗਣ ਦਾ ਡਰ ਹੈ, ਨੀਂਹ ਡੂੰਘੀ ਤੇ ਚੰਗੀ ਭਰੀ ਹੋਵੇਗੀ ਤੇ ਕਦੇ ਮਕਾਨ ਮਹਿਲ ਡਿੱਗੇਗਾ ਨਹੀਂ। ਇਹ ਸੋਚ ਦੇ ਨਾਲ ਇਹ ਦੁਨੀਆਦਾਰੀ ਆਪਣੇ ਮੰਡਪ ਮਹਿਲ ਮਾੜੀਆਂ ਨੂੰ ਤਿਆਰ ਕਰ ਰਹੀ ਹੈ, ਬੜੀਆਂ ਡੂੰਘੀਆਂ ਨੀਹਾਂ। ਹੁਣ ਇਹ ਨਾ ਸਮਝਿਓ ਵੀ ਆਪਾਂ ਨੂੰ ਘਰ-ਬਾਰ ਬਣਾਉਣ ਤੋਂ ਮਨਾ ਕਰਦੀ ਹੈ ਗੁਰਬਾਣੀ, ਨਹੀਂ। ਇਕੱਲੇ ਘਰ-ਬਾਰਾਂ ਦੇ ਨਾਲ ਹੀ ਜੁੜ ਜਾਣਾ, ਉਹ ਘਰਾਂ ਦੇ ਵਿੱਚ ਪਰਮਾਤਮਾ ਦੇ ਕਦੇ ਚਰਣੀ ਨਾ ਪਵਾਉਣੇ, ਕਦੇ ਪਰਮਾਤਮਾ ਦਾ ਸਿਮਰਨ ਹੀ ਨਾ ਕਰਨਾ, ਭਜਨ ਬੰਦਗੀ ਵਾਲੇ ਪਾਸੇ ਧਿਆਨ ਹੀ ਨਾ ਦੇਣਾ। ਇੱਕ ਬਣਾ ਕੇ ਬਹੁਤ ਵੱਡਾ ਮਹਿਲ, ਉਹਦੇ ਵਿੱਚ ਹੋਰ ਸਾਰੀਆਂ ਸੁੱਖ ਸਹੂਲਤਾਂ ਬਣਾ ਲਈਆਂ, ਨਾ ਪੂਜਾ ਰੂਮ ਬਣਾਇਆ ਤੇ ਨਾ ਆਪਣੇ ਬਜ਼ੁਰਗਾਂ ਦਾ ਰੂਮ ਬਣਾਇਆ, ਤੇ ਨਾ ਕਦੇ ਉਸ ਰੂਮ ਦੇ ਵਿੱਚ ਬਹਿ ਕੇ 10 ਮਿੰਟ ਵਾਹਿਗੁਰੂ 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 ਜਪਿਆ। ਐਸੇ ਮਹਿਲ ਮਹਿਲ ਨਹੀਂ ਆਖੇ ਜਾਂਦੇ। ਸਤਿਗੁਰਾਂ ਨੇ ਇਹ ਮਹਿਲਾਂ ਦੇ ਬਾਬਤ ਵੀ ਗੁਰਬਾਣੀ ਦੇ ਰਾਹੀਂ ਬੜੀਆਂ ਚੋਟਾਂ ਕੀਤੀਆਂ ਨੇ। ਸਤਿਗੁਰੂ ਜੀ ਕਹਿੰਦੇ, ਸੇ ਘਰ ਮਰਹਟੇ ਭੂਤ ਵਸੈ ਤਿਨ ਮਾਹੇ। ਉਹ ਘਰ ਘਰ ਨਹੀਂ ਜਿੱਥੇ ਬਾਣੀ ਦਾ ਪ੍ਰਕਾਸ਼ ਨਹੀਂ, ਜਿੱਥੇ ਬਾਣੀ ਨਹੀਂ ਪੜ੍ਹੀ ਜਾਂਦੀ। ਕੁਛ ਕੁ ਦਿਨ ਹੋ ਗਏ ਮੈਨੂੰ ਇੱਕ ਗੁਰਮੁਖ ਪਿਆਰਾ ਮਿਲਿਆ, ਉਹ ਕਹਿੰਦਾ ਜੀ ਸਾਡੇ ਨਾ ਇੱਕ ਪੁਰਾਤਨ ਗੁਟਕਾ ਪਿਆ ਸੀ, ਬੜਾ ਪੁਰਾਣਾ, ਬਾਹਰ ਦਾ ਸੀ ਸਿੰਘ। ਕਹਿਣ ਲੱਗਿਆ ਸੀ ਜਦੋਂ ਨਵਾਂ ਮਕਾਨ ਬਣਾਉਣ ਲੱਗੇ, ਉਹ ਗੁਟਕਾ ਮੂਹਰੇ ਆ ਗਿਆ
ਜਦੋਂ ਢਾਵਾ ਢਵਾਈ ਲੱਗੇ ਕਰਨਾ। ਅਤੇ ਅਸੀਂ ਸਲਾਹ ਕਰੀ ਵੀ ਇਹ ਗੁਟਕੇ ਦਾ ਹੁਣ ਆਪਾਂ ਕੀ ਕਰੀਏ, ਹੁਣ ਇਹਦੀ ਬੇਅਦਬੀ ਹੋਊਗੀ, ਇੱਥੇ ਕੰਮ ਕਰਨ ਵਾਲੇ ਦਾਰੂ ਬੀੜੀ ਵੀ ਪੀਣਗੇ, ਅਤੇ ਆਪਾਂ ਇਹ ਗੁਟਕਾ ਅਰਦਾਸ ਕਰਕੇ ਗੁਰਦੁਆਰੇ ਦੇ ਆਈਏ। ਕਹਿੰਦੇ ਅਸੀਂ ਜੀ ਫਿਰ ਇਸੇ ਤਰ੍ਹਾਂ ਹੀ ਕਰਿਆ। ਅਸੀਂ ਜਾ ਕੇ ਬਾਬਾ ਜੀ ਨੂੰ ਆਖਿਆ, ਬਾਬਾ ਜੀ ਆ ਗੁਟਕਾ ਸਾਹਿਬ ਤੁਸੀਂ ਰੱਖੋ ਗੁਰਦੁਆਰੇ। ਕਹਿੰਦੇ ਜੀ ਅਸੀਂ ਮਕਾਨ ਘਰ 'ਤੇ ਬਣਾ ਲਿਆ, ਗੁਟਕਾ ਗੁਰੂ ਘਰ ਦੇ ਆਂਦਾ, ਪਰ ਉਸ ਬਣਾਏ ਹੋਏ ਮਕਾਨ ਘਰ ਦੇ ਵਿੱਚ ਸਾਡਾ ਜੀ ਨਹੀਂ ਲੱਗਦਾ। ਹੁਣ ਇਹ ਨਹੀਂ ਪਤਾ ਵੀ ਉਹ ਗੁਟਕਾ ਸਾਹਿਬ ਦੇ ਨਾਲ ਹੀ ਸਾਡੀਆਂ ਖੁਸ਼ੀਆਂ ਸੀ, ਭਾਵੇਂ ਅਸੀਂ ਉਹਨੂੰ ਨਹੀਂ ਸੀ ਪੜ੍ਹਦੇ, ਪਤਾ ਨਹੀਂ ਕਿਉਂ ਘਰ ਨਾ ਵੱਡੂ ਖਾਊਂ ਜੇ ਕਰਦਾ, ਜੀ ਨਹੀਂ ਲੱਗਦਾ ਉਸ ਘਰ ਦੇ ਵਿੱਚ। ਨਵਾਂ ਮਕਾਨ ਬਣਾ ਲਿਆ, ਕੋਈ ਉਸ ਦਾ ਹੱਲ? ਬਾਬਾ ਜੀ ਕੋਲ ਚਲੇ ਜਾਓ, ਗੁਟਕਾ ਸਾਹਿਬ ਆਪਣੇ ਘਰ ਲਿਆਓ, ਅਰਦਾਸ ਕਰਵਾ ਲਓ, ਦੇਖੋ। ਇਸੇ ਤਰ੍ਹਾਂ ਕੀਤਾ। ਉਹੀ ਘਰ ਦੇ ਵਿੱਚ ਕਹਿੰਦੇ ਹੁਣ ਜੀ ਬੜਾ ਮਨ ਲੱਗਦਾ, ਬੜੀ ਸ਼ਾਂਤੀ ਹੈ, ਅਤੇ ਹੁਣ ਜੀ ਕਰਦਾ ਵੀ ਅਸੀਂ ਗੁਟਕਾ ਪੜ੍ਹ ਲਿਆ ਕਰੀਏ, ਪਰ ਉਹ ਪੁਰਾਣੇ ਅੱਖਰਾਂ ਦੇ ਵਿੱਚ ਹੈ। ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਗੁਟਕਾ ਸਾਹਿਬ ਇੱਥੋਂ ਲੈ ਜਾਓ ਨਵੇਂ ਅੱਖਰਾਂ ਦੇ ਵਿੱਚ, ਵਿਸਰਾਮਾ ਸਹਿਤ, ਅਤੇ ਨਾਲ ਤੁਹਾਨੂੰ ਉਹਦੇ ਵਿਆਖਿਆ ਵੀ ਮਿਲੇਗੀ, ਸਮਝ ਆਏਗੀ ਵੀ ਅਸੀਂ ਪੜ੍ਹ ਕੀ ਰਹੇ ਹਾਂ। ਤਾਂ ਸੰਗਤ ਜੀ ਇਸ ਤਰ੍ਹਾਂ ਗੁਰੂ ਦੇ ਨਾਲ ਜੁੜ ਜਾਣਾ, ਅਤੇ ਗੁਰੂ ਦਾ ਘਰ ਵਿੱਚ ਵਾਸਾ ਹੋ ਜਾਏ, ਗੁਰੂ ਨੂੰ ਯਾਦ ਕਰਨਾ। ਮਹਿਲ ਬਣਾਓ ਸੋਹਣੇ ਸੋਹਣੇ ਸੁੰਦਰ, ਸੋਹਣੇ ਘਰ ਬਣਾਓ, ਬਣਾਉਣੇ ਚਾਹੀਦੇ ਆ, ਲੋੜ ਹੈ ਸਮੇਂ ਦੀ, ਅਤੇ ਪਰ ਉਸ ਦੇ ਵਿੱਚ ਆਪਣੇ ਗੁਰੂ ਪਰਮਾਤਮਾ ਦੀ ਤਸਵੀਰ, ਭਾਵ ਬਾਣੀ ਦਾ ਪ੍ਰਕਾਸ਼ ਘਰ ਵਿੱਚ ਅੰਮ੍ਰਿਤ ਵੇਲੇ ਜ਼ਰੂਰ ਹੋਣਾ ਚਾਹੀਦਾ। ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਹੋਣਾ ਚਾਹੀਦਾ ਘਰ ਦੇ ਵਿੱਚ। ਜੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ ਤਾਂ ਬਾਣੀ ਸੁਣ ਤਾਂ ਸਕਦੇ ਹਾਂ। ਅੱਜ ਤੇ ਬੜੇ ਸਾਡੇ ਕੋਲ ਸਾਧਨ ਆ ਗਏ ਨੇ, ਮੋਬਾਈਲ 'ਤੇ ਗੁਰਬਾਣੀ, ਚਿੱਪਾਂ ਭਰਾ ਕੇ ਗੁਰਬਾਣੀ, ਜਿੱਥੇ ਹੋਰ ਉੱਚੇ ਆਵਾਜ਼ ਵਿੱਚ ਗੀਤ ਲਾ ਕੇ ਸੁਣੇ ਜਾਂਦੇ ਨੇ, ਤਾਂ ਸੰਗਤ ਜੀ ਉੱਥੇ ਗੁਰਬਾਣੀ ਵੀ ਸੁਣੀ ਜਾ ਸਕਦੀ ਹੈ, ਕੀਰਤਨ ਵੀ ਸੁਣਿਆ ਜਾ ਸਕਦਾ ਹੈ। ਇੱਕ ਗੁਰਮੁਖ ਪਿਆਰਾ ਮਿਲਿਆ ਜੀ, ਨੀਂਦ ਨਹੀਂ ਆਉਂਦੀ, ਸਾਰੀ ਰਾਤ ਜਾਗਦਿਆਂ ਟੱਪ ਜਾਂਦੀ ਹੈ, ਪਤਾ ਨਹੀਂ ਕਿਉਂ। ਕੋਈ ਗੁਰੂ ਦੀ ਕਿਰਪਾ ਹੀ ਹੈ, ਉਹਨੂੰ ਕਿਹਾ ਵੀ ਤੂੰ ਨਾ ਸ਼ਾਮ ਨੂੰ ਥੋੜ੍ਹਾ ਕੰਨ ਤੋਂ ਦੂਰ ਰੱਖ ਕੇ ਮੇਜ਼ ਦੇ ਉੱਪਰ, ਮੋਬਾਈਲ ਦੇ ਉੱਪਰ ਸੁਖਮਨੀ ਸਾਹਿਬ ਦਾ ਪਾਠ ਰਾ ਕੇ ਅਤੇ ਫਿਰ ਪੈ ਜਾ ਕਰ। ਕੁਛ ਦਿਨ ਪੂਰਾ ਪਾਠ ਸੁਣਦਾ ਰਿਹਾ, 2 ਦਿਨ 4 ਦਿਨ, ਜਦੋਂ 7-8 ਦਿਨ ਹੋ ਗਏ, 1-2 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਹੋਇਆ ਕਰਨ, ਨੀਂਦ ਆ ਜਾ ਕਰੇ, ਆਪਣੇ ਆਪ ਮੋਬਾਈਲ ਚੱਲਦਾ ਰਿਹਾ ਕਰੇ। ਅਤੇ ਕਈ ਦਿਨਾਂ ਬਾਅਦ ਮਿਲਿਆ ਵੀ ਕਿਵੇਂ ਨੀਂਦ ਆਉਂਦੀ ਹੈ, ਕਹਿੰਦਾ ਜੀ ਪਤਾ ਹੀ ਨਹੀਂ ਲੱਗਦਾ ਵੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਅਤੇ ਕਦੋਂ ਨੀਂਦ ਆ ਜਾਂਦੀ ਹੈ, ਕੋਈ ਪਤਾ ਹੀ ਨਹੀਂ ਲੱਗਦਾ। ਗੁਰਬਾਣੀ ਦੇ ਵਿੱਚ ਤਾਕਤ ਬਹੁਤ ਹੈ, ਐਵੇਂ ਨਹੀਂ ਦੁਨੀਆ ਨੂੰ ਨਤਮਸਤਕ ਹੁੰਦੀ, ਐਵੇਂ ਨਹੀਂ ਕਰੋੜਾਂ ਦਾ ਇਕੱਠ ਹੁੰਦਾ, ਐਵੇਂ ਨਹੀਂ ਅਰਬਾਂ ਖਰਬਾਂ ਰੁਪਈਆ ਚੜ੍ਹਦਾ। ਸੰਗਤ ਜੀ ਜੇ ਗੁਰਬਾਣੀ ਦੇ ਵਿੱਚ ਤਾਕਤ ਹੈ, ਪਰ ਇਹ ਤਾਕਤ ਨੂੰ ਬਿਰਲੇ ਪਛਾਣਦੇ ਨੇ, ਬੜੇ ਥੋੜ੍ਹੇ ਨੇ ਤਾਂ ਇਸ ਤਾਕਤ ਨੂੰ ਪਛਾਣਨ ਵਾਲੇ। ਬਹੁਤਿਆਂ ਵਾਸਤੇ ਤੇ ਇਹ ਖਿਡੌਣਾ ਹੈ, ਖਿਡੌਣਾ ਸੰਸਾਰ ਨੇ ਸਮਝ ਰੱਖਿਆ। ਮਾਥੇ ਤਿਲਕ ਹੱਥ ਮਾਲਾ ਵਾਨਾ, ਲੋਗਨ ਰਾਮ ਖਿਲੌਣਾ ਜਾਣਾ। ਮਤਲਬ ਦੇ ਲਈ ਇਹਦੇ ਅੱਗੇ ਅਰਦਾਸ ਕਰਨੀ, ਮਤਲਬ ਦੇ ਲਈ ਇਹਦੇ ਨਾਲ ਸਾਂਝ ਰੱਖਣੀ, ਝੁਕਣਾ, ਐਵੇਂ ਅੱਗੇ ਪਿੱਛੇ ਨਹੀਂ ਆਇਆ ਜਾਂਦਾ। ਪਰ ਜਦੋਂ ਵਿਪਤਾ ਪੈ ਗਈ, ਦੁੱਖ ਪੈ ਗਿਆ ਕਿਸੇ ਪਾਸਿਓਂ, ਉਦੋਂ ਫਿਰ ਇਹਦੇ ਦਰ 'ਤੇ ਆਣ ਡਿੱਗੀਦਾ ਵੀ ਹੁਣ ਤੂੰ ਰੱਖ। ਤਾਂ ਸੰਗਤ ਜੀ ਗੁਰੂ ਸਾਹਿਬ ਕਰਨ ਕਿਰਪਾ, ਅਸੀਂ ਸਦਾ ਇੱਕ ਰਸ ਪਰਮਾਤਮਾ ਨੂੰ, ਗੁਰੂ ਨੂੰ ਚਿਤਵਦੇ ਰਹੀਏ, ਉਹਦੇ ਨਾਲ ਆਪਣੀ ਸਾਂਝ ਬਣਾ ਕੇ ਰੱਖੀਏ, ਜੁੜੇ ਰਹੀਏ। ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਬੜੇ ਸੋਹਣੇ ਮਹਿਲ ਬਣਾਏ ਜਾ ਰਹੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਡੂੰਘੀਆਂ ਨੀਹਾਂ ਬਣਾ ਕੇ। ਪਰ ਅਸਲ ਸੱਚਾਈ ਇਹ ਹੈ ਵੀ ਉਹਨਾਂ ਮਹਿਲਾਂ ਵਿੱਚ ਤੂੰ 50 ਸਾਲ ਰਹਿ ਸਕਦਾ, 20 ਸਾਲ ਰਹਿ ਸਕਦਾ, 100 ਸਾਲ ਰਹਿ ਸਕਦਾ, ਅਤੇ ਇੱਕ ਦਿਨ ਉਹ ਮਹਿਲਾਂ ਨੇ ਵੀ ਖਤਮ ਹੋ ਜਾਣਾ, ਖਤਮ ਤੂੰ ਵੀ ਹੋ ਜਾਣਾ। ਆਖੋ ਸਤਿਨਾਮ ਸ੍ਰੀ, ਨਾ ਤੂੰ ਰਹਿਣਾ ਨਾ ਉਹਨਾਂ ਮਹਿਲਾਂ ਨੇ ਰਹਿਣਾ। ਇਸ ਕਰਕੇ ਭਗਤਾਂ ਨੇ ਬਹੁਤਾ ਜ਼ੋਰ ਨਹੀਂ ਦਿੱਤਾ ਵੀ ਚੰਗੇ ਮਕਾਨ ਬਣਾ ਲਈਏ। ਭਗਤਾਂ ਨੂੰ ਪਰਮਾਤਮਾ ਕੰਨਿਓ ਆਫਰ ਆਏ, ਬੋਲੋ ਸੋਨੇ ਦੇ ਮਹਿਲ ਬਣਾ ਦਈਏ,
ਬੋਲੋ ਤੁਹਾਨੂੰ ਕੀ ਚਾਹੀਦਾ, ਜੋ ਕਹੋਗੇ ਉਹ ਬਣਾ ਦੇਵਾਂਗੇ। ਪਾਰਸ ਦੀ ਵੱਟੀ ਭਗਤ ਜੀ ਰਵਿਦਾਸ ਜੀ ਨੂੰ ਪਰਮਾਤਮਾ ਦੇ ਗਿਆ ਵੀ ਆਹ ਲੈ, ਜੋ ਚਾਹੇ ਤੂੰ ਬਣਾ ਸਕਦਾ ਹੈ। ਜਿਹੜੀ ਚੀਜ਼ ਜਿਹੜੀ ਧਾਤ ਦੇ ਨਾਲ ਇਹਨੂੰ ਛੁਆਹੇਗਾ ਉਹ ਸੋਨੇ ਦੀ ਬਣ ਜਾਏਗੀ। ਤੇ ਭਗਤ ਜੀ ਐਡੇ ਸਬਰ ਸੰਤੋਖੀ, ਕਹਿੰਦੇ ਜਿੱਥੇ ਟੰਗ ਕੇ ਜਾ ਰਹੇ ਆ ਉੱਥੋਂ ਚੱਕ ਕੇ ਲੈ ਜੀ, ਮੈਨੂੰ ਇਹਦੀ ਲੋੜ ਨਹੀਂ। ਕਿਉਂ? ਮੈਨੂੰ ਇਹ ਪਰਮਾਤਮਾ ਦੇ ਨਾਲੋਂ ਤੋੜਨ ਵਾਸਤੇ ਦੇ ਰਿਹਾ ਹੈ, ਮੈਂ ਤੇਰੇ ਨਾਲੋਂ ਟੁੱਟਣਾ ਨਹੀਂ ਚਾਹੁੰਦਾ। ਨਾਮੈ ਨਾਰਾਇਣ ਨਾ ਹੀ ਭੇਦ। ਅਸੀਂ ਤੇ ਮੁਕਤੀ ਲੈਣ ਵਾਸਤੇ ਸੰਸਾਰ ਵਿੱਚ ਜਨਮੇ ਹਾਂ ਤੇ ਇੱਕ ਦਿਨ ਇਹਦੇ ਵਿੱਚ ਕਾਮਯਾਬ ਹੋਵਾਂਗੇ। ਪਰਮਾਤਮਾ ਤੂੰ ਸਾਨੂੰ ਇਹਨਾਂ ਝਮੇਲਿਆਂ ਦੇ ਵਿੱਚ ਪਾ ਰਿਹਾ, ਇਹਨਾਂ ਝਮੇਲਿਆਂ ਵਿੱਚ ਅਸੀਂ ਨਹੀਂ ਪੈਣਾ। ਪਰਮਾਤਮਾ ਖੁਦ ਪ੍ਰਗਟ ਹੁੰਦਾ, ਕਹਿੰਦਾ ਬੋਲੋ ਤੁਹਾਨੂੰ ਮਹਿਲ ਸੋਨੇ ਦੇ ਬਣਾ ਕੇ ਦੇ ਦਿਆਂ, ਹਾਥੀ ਘੋੜੇ ਜੋ ਚਾਹੀਦਾ, ਫੌਜਦਾਰ ਦੁਨੀਆ ਦੇ ਤੁਹਾਨੂੰ ਬਾਦਸ਼ਾਹ ਬਣਾ ਦਿਆਂ, ਜਿੰਨੇ ਦੁਨੀਆ ਦੇ ਬਾਦਸ਼ਾਹ ਨੇ ਤੁਹਾਡੇ ਸਾਹਮਣੇ ਝੁਕਾ ਦਿਆਂ। ਪਰ ਨਹੀਂ, ਹੱਥ ਜੋੜ ਕੇ ਇੱਕੋ ਹੀ ਆਖਿਆ, ਜੇ ਤੂੰ ਸਾਡੇ ਤੇ ਖੁਸ਼ ਹੋਇਆ ਤੇ ਸਾਨੂੰ ਆਪਣਾ ਨਾਮ ਬਖਸ਼ ਦੇ, ਇਹ ਤੋਂ ਦੂਰ ਨਾ ਕਰੀ। ਆਖੋ ਸਤਨਾਮ ਸ੍ਰੀ। ਮੈਨੂੰ ਦੁਨੀਆ ਦੇ ਪਦਾਰਥਾਂ ਦੀ ਲੋੜ ਨਹੀਂ, ਰਾਜ ਮਹਿਲ ਨਹੀਂ ਚਾਹੀਦੇ। ਪਰਮਾਤਮਾ ਜੇ ਚਾਹੀਦਾ ਕੇਵਲ ਆਪ ਜੀ ਦਾ ਨਾਮ, ਆਪ ਜੀ ਦਾ ਸਿਮਰਨ ਚਾਹੀਦਾ, ਆਪ ਜੀ ਦਾ ਨਾਮ ਨਾ ਵਿਸਰੇ। ਤਾਂ ਸੰਗਤ ਜੀ ਗੁਰੂ ਸਾਹਿਬ ਅੱਗੇ ਕਹਿੰਦੇ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤਿਰਣ ਧਰ ਮੂੰਡ ਵਲਾਏ। ਇਸ ਦੁਨੀਆ ਦੇ ਉੱਪਰ ਮਹਾਰਿਸ਼ੀਆਂ ਦੇ ਵਿੱਚੋਂ ਸਭ ਤੋਂ ਵਡੇਰੀ ਉਮਰ ਮਾਰਕੰਡੇ ਰਿਸ਼ੀ ਦੀ ਹੋਈ ਹੈ। ਤੇ ਉਸ ਮਾਰਕੰਡੇ ਰਿਸ਼ੀ ਨੇ ਕਹਿੰਦੇ ਤਿਰਣ ਧਰ ਭਾਵ ਕੱਖਾਂ ਦੀ ਕੁੱਲੀ ਦੇ ਵਿੱਚ ਆਪਣਾ ਝੱਟ ਲੰਘਾਇਆ। ਜਿਤਨਾ ਸਮਾਂ, ਜਿੰਨੀ ਉਮਰ ਭੋਗੀ ਹੈ ਨਾ, ਸਾਰੀ ਉਮਰ ਕੱਖਾਂ ਦੀ ਕੁੱਲੀ ਵਿੱਚ ਭੋਗੀ। ਮਾਰਕੰਡੇ ਰਿਸ਼ੀ ਨੂੰ ਵੀ ਪਰਮਾਤਮਾ ਦੇ ਵੱਲੋਂ ਇਹ ਕਿਹਾ ਗਿਆ, ਕਹੇ ਤੇ ਮਹਿਲ ਬਣਾ ਦਿਆਂ, ਜੋ ਕਹੇ ਜੋ ਮੰਗੇ ਉਹ ਦੇ ਦਿਆਂ। ਬੋਲ ਕੀ ਚਾਹੀਦਾ? ਪਰ ਨਹੀਂ, ਕਹਿਣ ਲੱਗੇ ਜੇ ਚਾਹੀਦਾ ਆਪ ਜੀ ਦਾ ਨਾਮ ਚਾਹੀਦਾ ਤੇ ਸੰਸਾਰ ਵਿੱਚ ਨਾ ਮਹਿਲਾਂ ਨੇ ਰਹਿਣਾ, ਇਹ ਮਹਿਲ ਮਾੜੀਆਂ ਸਭ ਕੁਝ ਵਿਨਸ ਜਾਣਾ। ਜੇ ਰਹਿਣਾ ਤੇ ਤੇਰੇ ਨਾਮ ਨੇ ਰਹਿਣਾ, ਇਸ ਕਰਕੇ ਪਰਮਾਤਮਾ ਤੇਰਾ ਨਾਮ ਨਾ ਵਿਸਰੇ। ਮਾਰਕੰਡੇ ਰਿਸ਼ੀ ਦੀ ਬਹੁਤ ਵਡੇਰੀ ਉਮਰ ਹੋਈ, ਪਰ ਬਹੁਤ ਵਡੇਰੀ ਉਮਰ ਵੀ ਉਹਨੇ ਕੱਖਾਂ ਦੀ ਕੁੱਲੀ ਵਿੱਚ ਗੁਜ਼ਾਰੀ। ਤਾਂ ਅੱਗੇ ਭਗਤ ਜੀ ਕਹਿੰਦੇ ਨੇ, ਹਮਰੋ ਕਰਤਾ ਰਾਮ ਸਨੇਹੀ। ਸਾਡਾ ਤਾਂ ਸਨੇਹ ਪ੍ਰੇਮ ਹੀ ਉਸ ਰਾਮ ਦੇ ਨਾਲ ਹੈ। ਉਹ ਰਾਮ ਸਾਨੂੰ, ਪਰਮਾਤਮਾ ਸਾਨੂੰ ਸਨੇਹ ਕਰਦਾ, ਸਾਨੂੰ ਪ੍ਰੇਮ ਕਰਦਾ ਹੈ। ਸਾਡਾ ਤੇ ਉਹਦੇ ਨਾਲ ਸਾਥ ਬਣਿਆ ਹੋਇਆ, ਉਹ ਸਾਡਾ ਸਾਥ ਨਿਭਾਉਣ ਵਾਲਾ ਹੈ। ਉਹ ਕਰਤਾਰ ਪਰਮਾਤਮਾ ਸਦਾ ਸਾਡੇ ਅੰਗ ਸੰਗ ਰਹੇ। ਲੋੜ ਨਹੀਂ ਇਹ ਦੁਨੀਆਦਾਰੀ ਦੇ ਝਮੇਲਿਆਂ ਵਿੱਚ ਪੈਣ ਦੀ। ਤਾਂ ਭਗਤ ਜੀ ਕਹਿੰਦੇ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਫਿਰ ਚੋਟ ਕੀਤੀ ਹੈ ਬੰਦਿਆ, ਕਿਹੜੀ ਗੱਲ ਦਾ ਗਰਭ ਗੁਮਾਨ ਹੰਕਾਰ ਮਾਣ ਕਰਦਾ। ਇਹ ਜਿਹੜੀ ਦੇਹ ਨੂੰ ਸਾਂਭ ਰੱਖਦਾ, ਬੜਾ ਪਾਲਦਾ, ਇਹ ਝੂਠੀ ਹੈ। ਇੱਕ ਦਿਨ ਇਸ ਦੇਹ ਦੇ ਵਿੱਚੋਂ ਅਗਨੀ ਤੱਤ ਮਿਟ ਜਾਣਾ, ਇਸ ਦੇਹ ਦੇ ਵਿੱਚੋਂ ਹਵਾ ਤੱਤ ਮਿਟ ਜਾਣਾ। ਸਾਰੇ ਤੱਤਾਂ ਨੇ ਆਪੋ ਆਪਣੀ ਥਾਂ ਲੈ ਲੈਣੀ ਹੈ ਤੇ ਸਰੀਰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਣਾ। ਇਹ ਸਰੀਰ ਨੂੰ ਫਿਰ ਤੇਰੇ ਆਪਣਿਆਂ ਨੇ, ਜਿਨ੍ਹਾਂ ਨੇ ਇਹ ਸਰੀਰ ਦੇ ਨਾਲ ਹੁਣ ਤੱਕ ਸਾਂਝ ਰੱਖੀ ਹੈ ਨਾ, ਉਹਨਾਂ ਨੇ ਹੀ ਇਹ ਸਰੀਰ ਨੂੰ ਅੱਗ ਦੇ ਹਵਾਲੇ ਕਰ ਆਉਣਾ। ਜਿਨ੍ਹਾਂ ਧੀਆਂ ਪੁੱਤਰਾਂ ਖਾਤਰ ਦਿਨ ਰਾਤ ਭਜਦਾ ਰਿਹਾ, ਰਿਸ਼ਤੇਦਾਰਾਂ ਖਾਤਰ, ਸਾਕ ਸੰਬੰਧੀਆਂ ਖਾਤਰ, ਉਹਦਾ ਮੇਰੇ ਬਿਨਾਂ ਨਹੀਂ ਸਰਦਾ, ਜੇ ਮੈਂ ਨਾ ਗਿਆ ਉਹਦਾ ਕੰਮ ਨਹੀਂ ਹੋਣਾ, ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਬੜੀ ਭੱਜ ਦੌੜ ਕਰਦਾ ਰਿਹਾ। ਤਾਂ ਇਹ ਸਾਰੇ ਹੀ ਫਿਰ ਇਕੱਠੇ ਹੋ ਕੇ ਤੇਰੀ ਇਸ ਦੇਹ ਨੂੰ ਝੱਟ ਦੇ ਵਿੱਚ ਹੀ ਖਤਮ ਕਰ ਜਾਣਗੇ। ਤੇ ਫਿਰ ਇਹ ਦੇਹ ਨੇ ਵਿਨਸ ਜਾਣਾ। ਜੋ ਤੂੰ ਸੰਸਾਰ ਵਿੱਚ ਵੇਖਦਾ ਵਿਨਸ ਸਭ ਕੁਝ ਜਾਣਾ, ਖਤਮ ਸਭ ਕੁਝ ਹੋ ਜਾਣਾ, ਰਹਿਣਾ ਕੁਝ ਵੀ ਨਹੀਂ। ਤੇ ਪਰ ਜੇ ਰਹਿਣਾ ਤੇ ਉਹ ਪਰਮਾਤਮਾ ਦਾ ਨਾਮ ਰਹਿਣਾ, ਚੰਗਿਆਈਆਂ ਨੇ ਰਹਿਣਾ, ਜਿਨ੍ਹਾਂ ਵਾਸਤੇ ਤੂੰ ਆਲਕ ਆਲਸ ਕਰਦਾ। ਚੰਗਿਆਈਆਂ ਆਲਕ ਕਰੇ, ਬੁਰਿਆਈਆਂ ਹੋਏ ਸ਼ੇਰ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦੀ ਵਾਰੀ ਆਈ, ਉਦੋਂ ਨੀਂਦ ਆਉਂਦੀ ਹੈ। ਉਦੋਂ ਗੁਰੂ ਘਰਾਂ ਦੇ ਚੱਲਦੇ ਸਪੀਕਰ, ਮੰਦਰਾਂ ਦੇ ਸਪੀਕਰ ਚੰਗੇ ਨਹੀਂ ਲੱਗਦੇ, ਕਿਉਂ? ਇਹ ਆਵਾਜ਼ ਨੀਂਦ ਦੇ ਵਿੱਚੋਂ ਉਠਾਉਂਦੀ ਹੈ।
ਤੇ ਇਹ ਕਥਾ ਵਿਚਾਰਾਂ ਨੇ ਜਿਹੜੀਆਂ ਚੋਟਾਂ ਕਰਦੀਆਂ ਨੇ ਸਾਡੇ ਜੀਵਨ ਦੇ ਵਿੱਚ, ਸਾਡੇ ਔਗਣਾਂ ਤੇ ਗੁਰੂ ਦੀ ਵਿਚਾਰ ਜਿਹਨੇ ਸਹਿ ਲਈ ਉਹਦਾ ਜੀਵਨ ਸੁਧਰ ਗਿਆ। ਤੇ ਜਿਹਨੇ ਗੁਰੂ ਦੇ ਸ਼ਬਦ ਨੂੰ ਨਹੀਂ ਸਹਾਰਿਆ, ਚੋਟ ਨੂੰ ਨਹੀਂ ਸਹਾਰਿਆ, ਸੰਗਤ ਜੀ, ਉਹਨੇ ਜੀਵਨ ਦੇ ਵਿੱਚ ਸਮਝੋ ਕੁਝ ਨਹੀਂ ਕਮਾਇਆ। ਭਾਵੇਂ ਉਹ ਮੇਰੇ ਵਾਂਗ 24 ਘੰਟੇ ਗੁਰੂ ਦੇ ਦਰ ਤੇ ਰਹਿਣ ਵਾਲਾ ਕਿਉਂ ਨਾ ਹੋਵੇ। ਤਾਂ ਸਤਿਗੁਰੂ ਜੀ ਰਹਾਉ ਦਾ ਵਿਸਰਾਮ ਦੇ ਅੱਗੇ ਫਿਰ ਉਹਨਾਂ ਮਹਾਨ ਹਸਤੀਆਂ ਦੇ ਨਾਂ ਲੈਂਦੇ ਨੇ ਜਿਨ੍ਹਾਂ ਦਾ ਇਸ ਸੰਸਾਰ ਦੇ ਵਿੱਚ ਨਾਮ ਚੱਲਦਾ ਸੀ, ਜਿਨ੍ਹਾਂ ਦੇ ਨਾਮ ਤੋਂ ਹਰ ਕੋਈ ਤ੍ਰਵਕ ਕੇ ਉੱਠਦਾ ਸੀ। ਉਹਨਾਂ ਦਾ ਜ਼ਿਕਰ ਕਰਦੇ ਨੇ ਭਗਤ ਜੀ। ਮੇਰੀ ਮੇਰੀ ਕਹਿਰੋ ਕਰਤੇ ਦੁਰਜੋਧਨ ਸੇ ਭਾਈ। ਹੁਣ ਕੈਰੋ ਤੇ ਪਾਂਡਵ ਤੇ ਕੈਰੋ, ਇਹਨਾਂ ਦਾ ਆਪਸੀ ਅਣਬਣ ਰਹੀ। ਜੂਆ ਖੇਡਦੇ ਨੇ, ਗਲਤ ਕਰਮ ਕਰਦੇ ਨੇ। ਇੱਕ ਪਾਸੇ 100 ਭਰਾ ਹੈ, ਇੱਕ ਪਾਸੇ 5 ਭਰਾ ਨੇ, ਪਰ 5 ਵਾਲੇ ਪਾਸੇ ਪਰਮਾਤਮਾ ਦਾ ਸਾਥ ਹੈ, ਸਮੇਂ ਦਾ ਅਵਤਾਰ ਕ੍ਰਿਸ਼ਨ ਨਾਲ ਹੈ। ਦੂਸਰੇ ਪਾਸੇ ਬਹੁਤ ਸਾਰੇ ਰਾਜੇ ਮਹਾਰਾਜਿਆਂ ਦੀ ਸੈਨਾ ਹੈ, ਫਿਰ ਵੀ ਸਾਰੇ ਇਕੱਠੇ ਹੋ ਕੇ ਉਹਨਾਂ 5 ਨੂੰ ਨਹੀਂ ਹਰਾ ਸਕੇ। ਇਹਨਾਂ ਨੇ ਵੀ ਇੱਕ ਯੁੱਧ ਲੜਿਆ ਤੇ ਉਸ ਯੁੱਧ ਦੇ ਵਿੱਚ ਮੇਰੀ ਮੇਰੀ ਕੈਰੋ ਕਰਤੇ ਦੁਰਜੋਧਨ ਸੇ ਭਾਈ। ਇਹ ਕਹਿੰਦੇ ਰਹੇ ਇਹ ਧਰਤੀ ਸਾਡੀ ਹੈ, ਇਸ ਧਰਤੀ ਤੇ ਸਾਡੀ ਮਲਕੀਅਤ ਹੈ, ਸਾਡਾ ਨਾਮ ਹੈ। ਪਾਂਡਵ ਕੀ ਲੱਗਦੇ ਆ ਇਸ ਧਰਤੀ ਦੇ? ਕੈਰੋ ਆਪਣੀ ਮਾਲਕੀ ਸਮਝਦੇ ਨੇ ਧਰਤੀ ਤੇ, ਕੀ ਲੱਗਦੇ ਨੇ ਪਾਂਡਵ ਇਸ ਧਰਤੀ ਦੇ? ਸਭ ਕੁਝ ਸਾਡਾ ਹੈ। 12 ਜੋਜਨ ਛਤਰ ਚਲੈ ਥਾ, ਦੇਹੀ ਗਰਜਨ ਖਾਈ। ਜਦੋਂ ਮੈਦਾਨੇ ਜੰਗ ਵਿੱਚ ਬੇਗਾਨੇ ਪੁੱਤਾਂ ਦੇ ਨਾਲ ਸਾਹਮਣੇ ਹੋਏ, ਟਾਕਰੇ ਹੋਏ ਤੇ ਬਿਨ ਬਿਨ ਕੇ ਨਿਸ਼ਾਨੇ ਲਾ ਕੇ ਚੁਣ ਚੁਣ ਕੇ 100 ਦਾ 100 ਪਾਂਡਵ ਮਾਰ ਦਿੱਤਾ, ਵਾਹਿਗੁਰੂ 100 ਦਾ 100 ਕੈਰੋ ਮਾਰ ਦਿੱਤਾ। ਦੁਰਯੋਧਨ ਵਰਗੇ ਯੋਧੇ ਜਿਨ੍ਹਾਂ ਦਾ ਨਾਮ 12 ਜੋਜਨ ਛਤਰ ਚਲੈ ਥਾ, ਯਾਨੀ 48 ਕੋਹਾਂ ਦੇ ਵਿੱਚ ਜਿਨ੍ਹਾਂ ਦੀ ਫੌਜ ਦਾ ਖਿਲਾਰਾ ਸੀ, ਸਾਰੇ ਦੇ ਸਾਰੇ ਢਹਿ ਢੇਰੀ ਕਰ ਦਿੱਤੇ। ਉਹਨਾਂ ਦੀਆਂ ਲੋਥਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਿਹਾ ਤੇ ਉਹਨਾਂ ਦੀਆਂ ਲੋਥਾਂ ਮੈਦਾਨੇ ਜੰਗ ਵਿੱਚ ਪਈਆਂ ਰਹੀਆਂ। ਕਈ ਦਿਨ ਗਿਰਜਾਂ ਨੇ ਆਪਣਾ ਪੇਟ ਭਰਿਆ, ਆਖੋ ਸਤਨਾਮ ਸ੍ਰੀ। ਕਈ ਦਿਨ ਗਿਰਜਾਂ ਦੀ ਖੁਰਾਕ ਬਣੀਆਂ। ਸੰਗਤ ਜੀ, ਫਿਰ ਮਾਣ ਕਿਹੜੀ ਗੱਲ ਦਾ ਜਦੋਂ 12 ਜੋਜਨ 48 ਕੋਹਾਂ ਦੇ ਵਿੱਚ ਛਤਰ ਚਲਾਉਣ ਵਾਲਿਆਂ ਦਾ ਕੁਝ ਨਹੀਂ ਬਣਿਆ, ਤੇ ਫਿਰ ਅਸੀਂ ਕਿਹੜੇ ਬਾਗ ਦੀ ਮੂਲੀ ਆ। ਇਹ ਉਦਾਹਰਣ ਸਤਿਗੁਰਾਂ ਨੇ ਸਾਨੂੰ ਸਮਝਾਉਣ ਵਾਸਤੇ ਦਿੱਤੀ ਵੀ ਐਡੇ ਆਪਣੇ ਆਪ ਨੂੰ ਯੋਧੇ ਬਲਵਾਨ ਅਖਵਾਉਣ ਵਾਲੇ ਜਿਨ੍ਹਾਂ ਨੇ ਉਹਨਾਂ ਕੈਰੋਆਂ ਨੂੰ ਮਾਰਿਆ ਰਹੇ ਉਹ ਵੀ ਨਹੀਂ। ਇਹ ਵੀ ਦੇਖੋ, ਜਿਨ੍ਹਾਂ ਨੇ ਉਹਨਾਂ ਕੈਰੋਆਂ ਨੂੰ ਮਾਰਿਆ ਨਾ, 100 ਕੈਰੋ ਸੀ ਤੇ 5 ਪਾਂਡਵ ਸੀ, ਹੋਰ ਬੇਅੰਤ ਪਤਾ ਨਹੀਂ ਕਿੰਨੇ ਰਾਜੇ ਕਰਨ ਵਰਗੇ ਹੋਰ ਨਾਲ ਦਾਨਵੀਰ ਸੀ ਤੇ ਕਿੱਡੇ ਕਿੱਡੇ ਮਹਾਰਥੀ ਉਹਨਾਂ ਦੇ ਨਾਲ ਸੀ। ਸਾਰਿਆਂ ਦੇ ਸਾਰੇ ਮੈਦਾਨੇ ਜੰਗ ਵਿੱਚ ਢਹਿ ਢੇਰੀ ਹੁੰਦੇ ਰਹੇ। ਮੈਦਾਨੇ ਜੰਗ ਵਿੱਚ ਜਦੋਂ ਉਤਰ ਜਾਈਦਾ ਉਦੋਂ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਉਦੋਂ ਫਿਰ ਜਾਂ ਮਰਨਾ ਜਾਂ ਮਾਰਨਾ, ਆਰ ਜਾਂ ਪਾਰ ਦੀ ਗੱਲ ਹੁੰਦੀ ਹੈ। ਤਾਂ ਸੰਗਤ ਜੀ, ਇਹਨਾਂ ਦੀ ਦੇਹਾਂ ਨੂੰ ਗੁਰੂ ਸਾਹਿਬ ਕਹਿੰਦੇ ਗਿਰਜਾਂ ਨੇ ਖਾਧਾ। ਕੋਈ ਸਾਂਭਣ ਵਾਲਾ ਦੇਹਾਂ ਨੂੰ, ਸਰੀਰਾਂ ਨੂੰ ਮਿੱਟੀ ਦੇਣ ਵਾਲਾ ਵੀ ਨਹੀਂ ਸੀ। ਇਹਨਾਂ ਦਾ ਖਿਲਾਰ ਪਸਾਰ ਤੇ ਬਹੁਤ ਵੱਡਾ ਸੀ, ਪਰ ਗਲਤ ਕੰਮਾਂ ਦੇ ਗਲਤ ਨਤੀਜੇ ਫਲ ਭੁਗਤਣੇ ਪਏ। ਜੇ ਗਲਤ ਮਾਰਗ ਤੇ ਚੱਲੇ ਤਾਂ ਇਹ ਸਾਰਾ ਘਮਾਸਾਨ ਦਾ ਯੁੱਧ ਜੰਗ ਹੋਇਆ ਤੇ ਸਭ ਕੁਝ ਆਪਣਾ ਤਹਿਸ ਨਹਿਸ ਮਿਟਨ ਹੋ ਗਿਆ ਤੇ ਇਹਨਾਂ ਦੀ ਗਾਹਾਂ ਕੁੱਲ ਚੱਲਦੀ ਵੀ ਨਾ ਰਹੀ। ਤਾਂ ਅਗਲਾ ਜਿਹੜਾ ਉਦਾਹਰਣ ਦਿੱਤਾ, ਸਰਬ ਸੋਇਨ ਕੀ ਲੰਕਾ ਹੋਤੀ। ਭਗਤ ਜੀ ਕਹਿੰਦੇ ਦੇਖੋ, ਸਾਰੀ ਦੀ ਸਾਰੀ ਲੰਕਾ ਸੋਇਨੇ ਦੀ ਹੈ ਤੇ ਉਹਦਾ ਨਾਮ ਕੀ ਆ? ਲੰਕਾ ਦਾ ਪਤੀ ਰਾਵਣ। ਮਾਲਕ, ਪਤੀ ਤੋਂ ਭਾਵ ਹੁੰਦਾ ਮਾਲਿਕ। ਲੰਕਾ ਪਤੀ ਰਾਵਣ। ਰਾਵਣ ਦੀ ਲੰਕਾ ਸੋਨੇ ਦੀ ਹੈ। ਬੜਾ ਗਿਆਨੀ ਹੈ, ਵਿਦਵਾਨ ਹੈ, ਚਾਰੇ ਵੇਦ ਜਵਾਨੀ ਕੰਠ ਨੇ। ਪਰਮਾਤਮਾ ਦੀ ਭਗਤੀ ਕਰਦਾ, ਵੇਦਾਂ ਦਾ ਗਿਆਤਾ ਹੈ, ਬੜਾ ਗਿਆਨੀ ਹੈ। ਇੱਥੇ ਅਸੀਂ ਰਾਵਣ ਨੂੰ ਕਸੂਰਵਾਰ ਨਹੀਂ ਕਹਿ ਸਕਦੇ। ਦੁਰਯੋਧਨ ਵਰਗੇ ਕਸੂਰਵਾਰ ਸੀ। ਉਹਨਾਂ ਨੇ ਦ੍ਰੋਪਦੀ ਦੇ
ਕਹੋ ਵੀ ਚੀਰ ਨੂੰ ਹਰਨ ਕਰਨਾ ਚਾਹਿਆ। ਭਰੀ ਸਭਾ ਦੇ ਵਿੱਚ ਉਹਨੂੰ ਬੇਪਤ ਕਰਨਾ ਚਾਹੁੰਦੇ ਹੈ। ਤੇ ਦੁਰਯੋਧਨ ਵਰਗਿਆਂ ਦੇ ਬੁੱਤ ਕਦੇ ਨਹੀਂ ਸਾੜੇ ਕਿਸੇ ਨੇ। ਕਦੇ ਨਹੀਂ ਕਿਹਾ ਵੀ ਦੁਰਯੋਧਨ ਵਰਗੇ, ਦੁਰਸ਼ਾਸਨ ਵਰਗੇ ਚੰਦਰੇ ਸੀ, ਮਾੜੇ ਸੀ, ਉਹਨਾਂ ਨੇ ਗਲਤ ਕਰਮ ਕੀਤਾ। ਤੇ ਰਾਵਣ ਜਿਹਦੀ ਭੈਣ ਦਾ ਨੱਕ ਲਕਸ਼ਮਣ ਨੇ ਵੱਢ ਦਿੱਤਾ, ਤੇ ਉਸ ਬੰਦੇ ਨੇ ਬਦਲਾ ਲੈਣ ਵਾਸਤੇ ਸੀਤਾ ਦਾ ਹਰਣ ਕਰ ਲਿਆ ਤੇ ਆਪਣੀ ਬਾਗ ਦੇ ਵਿੱਚ, ਵਾਟਿਕਾ ਦੇ ਵਿੱਚ ਬਹਾ ਕੇ ਪੂਰੀ ਮਾਣ ਇੱਜ਼ਤ ਦੇ ਨਾਲ ਰੱਖਿਆ। ਪਹਿਰੇਦਾਰੀ ਉੱਥੇ ਲੇਡੀਜ਼ ਦੀ ਰੱਖੀ, ਉੱਥੇ ਕਿਸੇ ਬੰਦੇ ਦਾ ਪਰਛਾਵਾਂ ਨਹੀਂ ਪੈਣ ਦਿੱਤਾ। ਇੰਨਾ ਸਤਿਕਾਰ ਸੀਤਾ ਦਾ ਕੀਤਾ। ਕਿਸੇ ਤਰ੍ਹਾਂ ਦਾ ਕੋਈ ਉਹਦੇ ਨਾਲ ਧੱਕਾ ਨਹੀਂ ਕੀਤਾ ਵੀ ਤੂੰ ਮੇਰੇ ਨਾਲ ਵਿਆਹ ਕਰਵਾ, ਜਾਂ ਕੋਈ ਉਹਨੂੰ ਬੋਲ ਕਬੋਲ ਬੋਲੇ, ਨਹੀਂ, ਮਾਣ ਇੱਜ਼ਤ ਦੇ ਨਾਲ ਰੱਖਿਆ। ਪਰ ਉਸ ਰਾਵਣ ਦਾ ਦੁਸਹਿਰਾ ਹਰ ਸਾਲ ਮਨਾਇਆ ਜਾਂਦਾ। ਰਾਵਣ ਨੂੰ ਮਾੜਾ ਕਹਿ ਕੇ ਸਾੜਿਆ ਜਾਂਦਾ ਵੀ ਬੁਰਾਈ ਨੂੰ ਸਾੜ ਦਿਓ। ਪਰ ਸੰਗਤ ਜੀ, ਬੁਰਾ ਨਾ ਮਨਾਇਓ। ਜਿਹੜੇ ਰਾਵਣ ਨੂੰ ਸਾੜਨ ਵਾਲੇ ਨੇ, ਤੇ ਕਿਤੇ ਨਾ ਕਿਤੇ ਉਹ ਵੀ ਆਪਣੇ ਜੀਵਨ ਦੇ ਵਿੱਚ ਰਾਵਣ ਨਾਲੋਂ ਘਟੀਆ ਕੰਮ ਕਰ ਗੁਜ਼ਰੇ ਨੇ। ਰਾਵਣ ਨੂੰ ਸਾੜਨ ਵਾਲੇ ਰਾਵਣ ਨਾਲੋਂ ਘਟੀਆ ਕੰਮ ਕਰ ਗੁਜ਼ਰੇ ਨੇ। ਉਹ ਵੀ ਕਹਿੰਦੇ ਨੇ ਵੀ ਰਾਵਣ ਮਾੜਾ ਸੀ। ਕਦੇ ਆਪਣੇ ਆਪ ਵੱਲ ਝਾਤੀ ਨਹੀਂ ਮਾਰੀ ਵੀ ਅਸੀਂ ਕਿੰਨੇ ਕੁ ਚੰਗੇ ਹਾਂ ਜੀ, ਰਾਵਣ ਮਾੜਾ ਸੀ। ਕਿਸੇ ਦੀ ਭੈਣ ਦਾ ਨੱਕ ਵੱਢਿਆ ਗਿਆ ਤੇ ਉਹ ਚੁੱਪ ਕਰਕੇ ਕਿਵੇਂ ਬੈਠੇ? ਦੁਨੀਆ ਦਾ ਸੂਰਮਾ ਅਖਵਾਉਣ ਵਾਲਾ ਕਿਵੇਂ ਟਿਕ ਕੇ ਬੈਠੇਗਾ? ਸਾਡੇ ਕੋਈ ਧੀ ਭੈਣ ਨੂੰ ਰਾਹ ਥੇੜੇ ਜਾਂਦਿਆਂ ਕੁਝ ਕਹਿ ਦੇ, ਅਸੀਂ ਨਹੀਂ ਆਰਾਮਦਾਰੀ ਨਾਲ ਬਹਿ ਸਕਦੇ, ਅਸੀਂ ਬੰਦੇ ਨੂੰ ਖਤਮ ਕਰਨ ਤੱਕ ਜਾਂਦੇ ਹਾਂ। ਤੇ ਫਿਰ ਅੱਧੀ ਦੁਨੀਆ ਨੂੰ ਜਿੱਤੀ ਬੈਠਿਆ ਸੀ ਉਹਨੇ, ਤੇ ਫਿਰ ਕਾਲ ਨੂੰ, ਮੌਤ ਨੂੰ ਕਹਿੰਦੇ ਪਾਵੇ ਨਾਲ ਬੰਨਿਆ ਹੋਇਆ ਸੀ। ਉਹਦੇ ਘਰ ਵਿੱਚ ਤੇ ਬੈਸੰਤਰ ਜਾ ਕੇ ਕੱਪੜੇ ਧੋਈ, ਅਗਨੀ ਕੱਪੜੇ ਧੋਂਦੀ ਹੈ। ਐਸੇ ਰਾਜੇ ਨੂੰ ਕਿਵੇਂ ਕਹੀਏ ਵੀ ਉਹ ਚੁੱਪ ਕਰਕੇ ਸਹਿ ਲੈਂਦਾ, ਬਹਿ ਜਾਂਦਾ? ਤਾਂ ਗੁਰੂ ਸਾਹਿਬ ਇੱਥੇ ਸਮਝਾਉਂਦੇ ਨੇ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਇਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਪ੍ਰਮਾਣ ਨਹੀਂ। ਗਿਆਨੀ ਬੜਾ ਸੀ, ਵਿਦਵਾਨ ਬਹੁਤ ਸੀ, ਚਾਰੇ ਦੇ ਚਾਰੇ ਵੇਦ ਮੂੰਹ ਜ਼ਬਾਨੀ ਯਾਦ, ਪਰਮਾਤਮਾ ਦਾ, ਸ਼ਿਵ ਦਾ ਭਗਤ ਬੜਾ ਤਕੜਾ ਸੀ। ਤੇ ਸਾਰੀ ਸੋਇਨੇ ਦੀ ਲੰਕਾ, ਸਭ ਉੱਥੋਂ ਦੇ ਰਹਿਣ ਵਾਲੇ ਉਹਦੇ ਕਹਿਣੇ ਵਿੱਚ ਚੱਲਦੇ ਨੇ। ਕਹਾਂ ਪਇਓ ਦਰਵੰਦੇ ਹਾਥੀ, ਖਿਨ ਮੈਂ ਭਈ ਪਰਾਈ। ਜਿਹਦੇ ਬੂਹੇ ਤੇ ਬੜੇ ਚੰਗੇਜ ਹਾਥੀ ਬੰਨੇ ਖਲੋਤੇ ਰਹਿੰਦੇ ਸਨ। ਪਰ ਇੱਕ ਦਿਨ ਸਮਾਂ ਆਇਆ, ਸਾਰੀ ਦੀ ਸਾਰੀ ਲੰਕਾ ਭਈ ਪਰਾਈ, ਸਭ ਕੁਝ ਖਤਮ ਹੋ ਗਿਆ, ਮਿਟ ਗਿਆ। ਜਿਸ ਦਿਨ ਅੰਤ ਆਇਆ ਨਾ ਰਾਵਣ ਦਾ, ਤੇ ਅੰਤ ਜਿਸ ਦਿਨ ਆਇਆ, ਉਹਦੇ ਆਪਣਿਆਂ ਨੇ ਹੀ ਉਸ ਨੂੰ ਮਰਵਾਉਣ ਦੇ ਵਿੱਚ ਰਾਮ ਦਾ ਸਾਥ ਦਿੱਤਾ, ਆਪਣੇ ਭਰਾ ਰਾਵਣ ਨੂੰ ਮਰਵਾਇਆ। ਤੇ ਉਥੋਂ ਕਹਾਵਤ ਬਣੀ, ਘਰ ਕਾ ਭੇਤੀ ਲੰਕਾ ਢਾਏ। ਲੰਕਾ ਢਾਉਣ ਦਾ ਕਾਰਨ ਉਹਦੇ ਘਰ ਦੇ ਭੇਤੀ ਹੀ ਬਣੇ, ਦੂਸਰੇ ਪਾਸੇ ਜਾ ਰਲੇ। ਤੇ ਸੰਗਤ ਜੀ, ਇਸੇ ਕਰਕੇ ਕਦੇ ਕੋਈ ਵੀ ਬੰਦਾ ਹਾਰਦਾ, ਕੋਈ ਧਰਮ ਹਾਰਦਾ, ਤਾਂ ਉਹਦੇ ਪਿੱਛੇ ਕੋਈ ਨਾ ਕੋਈ ਨੇੜਤਾ ਵਾਲਾ ਜ਼ਰੂਰ ਹੁੰਦਾ ਜਿਹੜਾ ਦੂਸਰੇ ਬੰਦੇ ਨੂੰ ਉਹਦਾ ਭੇਤ ਦਿੰਦਾ ਹੈ ਵੀ ਇਹਦੀ ਆਹ ਕਮਜ਼ੋਰੀ ਹੈ, ਇਹ ਕਮਜ਼ੋਰੀ ਕਰਕੇ ਇਹ ਮਰ ਸਕਦਾ ਹੈ। ਤੇ ਬਾਕੀ ਜੋ ਪਰਮਾਤਮਾ ਨੇ ਫਿਰ ਵਿਧਾਨ ਬਣਾਇਆ, ਸੰਸਾਰ ਦੇ ਵਿੱਚ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਜੋ ਸੰਸਾਰ ਵਿੱਚ ਆਇਆ ਉਹਨੇ ਜਾਣਾ, ਭਾਵੇਂ ਉਹ ਰਾਮ ਦੇ ਹੱਥੋਂ ਜਾਏ ਤੇ ਭਾਵੇਂ ਕੋਈ ਅਰਜਨ ਦੇ ਹੱਥੋਂ, ਭੀਮ ਦੇ ਹੱਥੋਂ ਜਾਏ, ਕ੍ਰਿਸ਼ਨ ਦੇ ਹੱਥੋਂ ਜਾਏ, ਕੋਈ ਰਾਮ ਦੇ ਹੱਥੋਂ ਜਾਏ। ਕੰਸ ਕ੍ਰਿਸ਼ਨ ਦੇ ਹੱਥੋਂ ਮਾਰਿਆ ਗਿਆ, ਆਪਣੇ ਆਪ ਨੂੰ ਬੜਾ ਤਾਕਤਵਰ ਕਹਾਉਂਦਾ ਸੀ। ਦੁਰਯੋਧਨ ਵਰਗੇ ਆਪਣੇ ਆਪ ਨੂੰ ਤਾਕਤਵਰ ਕਹਾਉਂਦੇ ਸੀ, ਪਾਂਡਵਾਂ ਦੇ ਹੱਥੋਂ ਮਾਰੇ ਗਏ। ਤੇ ਰਾਵਣ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਕਹਾਉਂਦਾ ਸੀ, ਤੇ ਰਾਮ ਤੇ ਲਕਸ਼ਮਣ ਦੇ ਹੱਥੋਂ ਮਾਰਿਆ ਗਿਆ। ਭਾਵ ਸੰਸਾਰ ਵਿੱਚ ਜੋ ਆਇਆ ਉਹਨੇ ਇੱਕ ਦਿਨ ਜਾਣਾ, ਪਰ ਜਾਣ ਤੋਂ ਪਹਿਲਾਂ ਜੇ ਕਿਤੇ ਕੋਈ ਨੇਕੀਆਂ ਜਾਂ ਚੰਗਿਆਈਆਂ ਕਰ ਜਾਵੇ ਤੇ ਦੁਨੀਆ ਯਾਦ ਰੱਖਦੀ ਹੈ। ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਥੋੜਾ ਸਮਾਂ ਹੀ ਲੱਗਿਆ, ਜਦੋਂ ਸਭ ਕੁਝ ਪਰਾਇਆ ਹੋ ਗਿਆ ਤੇ ਉਸ ਰਾਵਣ ਦੇ ਵੀ 1 ਲੱਖ ਪੂਤ, ਥੋੜਾ ਨਹੀਂ ਹੁੰਦਾ, 1 ਲੱਖ ਪੂਤ, 1.25 ਲੱਖ ਨਾਤੀ ਭਾਵ ਪੋਤਰੇ, ਐਡਾ ਪਰਿਵਾਰ। ਤਹ ਰਾਵਣ ਘਰ ਦੀਆ ਨਾ ਬਾਤੀ,
ਅੰਤ ਇਹਨਾਂ ਦਾ ਵੀ ਮਾੜਾ ਹੋਇਆ। ਘਰੇ ਕੋਈ ਦੀਵਾ ਬੱਤੀ ਲਾਉਣ ਵਾਲਾ ਵੀ ਨਾ ਰਿਹਾ, ਵੀ ਰਾਵਣ ਦੀ ਕੋਈ ਸਮਾਧ ਤੇ ਦੀਵਾ ਬੱਤੀ ਕਰ ਦੇਵੇ। ਇਹ ਦੁਨੀਆ ਦੀ ਸੱਚਾਈ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ। ਫਿਰ ਅੱਗੇ ਕਹਿੰਦੇ ਦੁਰਵਾਸਾ ਸਿਉ ਕਰਤ ਠਗੌਰੀ, ਯਾਦਵੇ ਫਲ ਪਾਏ। ਕ੍ਰਿਸ਼ਨ ਹੋਇਆ ਯਾਦਵਾਂ ਦੀ ਕੁਲ ਚੋਂ। ਇਹ ਤਾਂ ਰਾਵਣ ਵਰਗਿਆਂ ਦੀ ਗੱਲ, ਦੁਰਯੋਧਨ ਵਰਗਿਆਂ ਦੀ ਗੱਲ। ਭਗਤ ਜੀ ਕਹਿੰਦੇ ਇੱਥੇ ਯਾਦਵਾਂ ਦਾ ਜਿਹੜਾ ਸਭ ਤੋਂ ਵੱਡਾ ਯਾਦਵ ਤੇ ਸਿਆਣਾ ਗਿਆਨੀ ਅਵਤਾਰ ਸੀ ਸਮੇਂ ਦਾ ਕ੍ਰਿਸ਼ਨ, ਉਹ ਵੀ ਕਿਸੇ ਦੇ ਤੀਰ ਦਾ ਨਿਸ਼ਾਨਾ ਬਣਿਆ, ਸ਼ਿਕਾਰ ਬਣਿਆ ਤੇ ਸੰਸਾਰ ਤੋਂ ਜਾਣਾ ਪਿਆ, ਰੁਖਸਤ ਹੋ ਗਿਆ। ਯਾਦਵਾਂ ਦੀ ਕੁਲ ਦੇ ਕੁਝ ਮੁੰਡੇ ਇਕੱਠੇ ਹੋਏ। ਮਜ਼ਾਕ ਸੁਝਿਆ ਮਨ ਵਿੱਚ। ਇੱਕ ਦੁਰਵਾਸਾ ਰਿਸ਼ੀ ਭਗਤੀ ਕਰਦਾ, ਉਹਨਾਂ ਨੇ ਸੋਚਿਆ ਜਾ ਕੇ ਇਸ ਰਿਸ਼ੀ ਨੂੰ ਮਖੌਲ ਕਰੀਏ, ਛੇੜੀਏ। ਆਦਤ ਹੈ, ਨੌਜਵਾਨੀ ਹੈ। ਕਿਸੇ ਬੱਚੇ ਦੇ, ਜਵਾਨ ਮੁੰਡੇ ਦੇ ਮੂੰਹ ਤੇ ਦਾੜੀ ਨਹੀਂ ਸੀ ਆਈ, ਤੇ ਉਹਨਾਂ ਨੇ ਉਸ ਦੇ ਪੇਟ ਤੇ ਇੱਕ ਭਾਂਡਾ ਬੰਨ੍ਹਿਆ ਤੇ ਜਾ ਕੇ ਕਹਿਣ ਲੱਗੇ, ਮਹਾਰਿਸ਼ੀ ਜੀ ਇਸ ਦੇ ਪੇਟੋਂ ਕੀ ਹੋਏਗਾ? ਰਿਸ਼ੀ ਜੀ ਨੇ ਇੱਕ ਵਾਰ ਕਿਹਾ, ਦੇਖੋ ਮੇਰੇ ਨਾਲ ਮਖੌਲ ਨਾ ਕਰੋ। ਫਿਰ ਕਹਿਣ ਲੱਗੇ, ਨਹੀਂ ਰਿਸ਼ੀ ਜੀ ਤੁਸੀਂ ਸਭ ਕੁਝ ਜਾਣਦੇ ਹੋ, ਦੱਸੋ ਇਸ ਦੇ ਪੇਟੋਂ ਕੀ ਹੋਏਗਾ? ਤੇ ਰਿਸ਼ੀ ਜੀ ਇਹ ਗੱਲ ਨੂੰ ਤਾੜ ਗਏ, ਜਾਣਦੇ ਸੀ। ਕਹਿੰਦੇ ਇਸ ਦੇ ਪੇਟੋਂ ਉਹ ਹੋਏਗਾ ਜੋ ਤੁਹਾਡੀ ਕੁਲ ਦਾ ਨਾਸ ਕਰੇਗਾ, ਕੁਲ ਮਿਟ ਜਾਏਗੀ ਤੁਹਾਡੀ। ਤਾਂ ਸੰਗਤ ਜੀ ਹੁਣ ਇਸ ਗੱਲ ਨੂੰ ਲੈ ਕੇ ਭੱਜੇ ਕ੍ਰਿਸ਼ਨ ਜੀ ਦੇ ਕੋਲ, ਵੀ ਅਸੀਂ ਤੇ ਇਸ ਤਰ੍ਹਾਂ ਮਜ਼ਾਕ ਕਰ ਬੈਠੇ, ਮਜ਼ਾਕ ਤੇ ਉਲਟ ਹੋ ਗਿਆ, ਮਹਿੰਗਾ ਪੈ ਗਿਆ, ਤੇ ਹੁਣ ਇਸ ਤਰ੍ਹਾਂ ਹੋਣਾ। ਕ੍ਰਿਸ਼ਨ ਜੀ ਨੇ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਜੋ ਭਾਂਡਾ ਉਸ ਦੇ ਪੇਟ ਉੱਪਰ ਬੰਨ੍ਹ ਕੇ ਲਗਾਏ ਸੀ ਉਹਨੂੰ ਨਦੀ ਦੇ ਕਿਨਾਰੇ ਪੱਥਰ ਦੇ ਉੱਪਰ ਰਗੜ ਕੇ ਘਸਾ ਦਿਓ, ਬਿਲਕੁਲ ਖਤਮ ਕਰ ਦਿਓ। ਕੀ ਪਤਾ ਬਚਾਅ ਹੋ ਜਾਏ, ਹੋਰ ਕੋਈ ਰਸਤਾ ਨਹੀਂ। ਇਹ ਦੁਰਵਾਸਾ ਰਿਸ਼ੀ ਦੇ ਵਚਨ ਕਦੇ ਪਲਟਦੇ ਨਹੀਂ। ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਨਾ ਬਿਰਥਾ ਜਾਏ। ਸਾਧੂ ਸੰਤ ਮਹਾਤਮਾ ਬੋਲਦੇ ਕਿਤੇ ਨੇ ਥੋੜ੍ਹਾ, ਤੇ ਪਰ ਜੋ ਬੋਲਦੇ ਨੇ ਉਹ ਫਿਰ ਪਾਰ ਹੋ ਜਾਂਦਾ ਹੈ। ਪਰਮਾਤਮਾ ਉਹਨਾਂ ਦੇ ਬੋਲਾਂ ਨੂੰ ਟਾਲ ਨਹੀਂ ਸਕਦਾ। ਤਾਂ ਉਹਨਾਂ ਨੇ ਯਤਨ ਕੀਤਾ, ਸਾਰਾ ਭਾਂਡਾ ਇੱਕ ਪੱਥਰ ਤੇ ਘਸਾ ਦਿੱਤਾ। ਘਸਾਏ ਹੋਏ ਭਾਂਡੇ ਦਾ ਜੋ ਬੂਰ ਸੀ ਉਹ ਤੇ ਕਹਿੰਦੇ ਇੱਕ ਸਿਰਕੰਡੇ ਦੇ ਰੂਪ ਵਿੱਚ ਉਗਰਿਆ ਉਸੇ ਨਦੀ ਦੇ ਤੱਟ ਤੇ। ਤੇ ਥੋੜਾ ਜਿਹਾ ਇੱਕ ਕਹਿ ਲਓ ਵੀ ਤਿੱਖੀ ਨੋਕ ਬਣ ਕੇ ਥੋੜਾ ਜਿਹਾ ਰਹਿ ਗਿਆ, ਜਿਹੜਾ ਉਹਨਾਂ ਨੇ ਉਹ ਨਦੀ ਦੇ ਵਿੱਚ ਵਿਚਕਾਰ ਜੇ ਸੁੱਟ ਦਿੱਤਾ, ਤੇ ਉਹ ਡਿੱਗਦਾ ਹੀ ਕਿਸੇ ਮੱਛੀ ਨੇ ਨਿਗਲ ਲਿਆ। ਕੁਝ ਸਮਾਂ ਬੀਤਿਆ, ਉਹ ਯਾਦਵਾਂ ਦੀ ਕੁਲ ਦੇ ਕਹਿੰਦੇ ਮੁੰਡੇ ਇਕੱਠੇ ਹੋਏ ਸਾਰੇ, ਇੱਕ ਮੇਲਾ ਲੱਗਿਆ, ਤੇ ਉਸੇ ਕਿਸੇ ਗੱਲੋਂ ਬਹਿਸ ਹੋ ਗਈ ਤੇ ਆਪਸੀ ਲੜਾਈ ਸ਼ੁਰੂ ਹੋ ਗਈ। ਉਹਨਾਂ ਨੇ ਫਿਰ ਉਹ ਸਿਰਕੰਡਾ ਪੱਟ ਕੇ ਇੱਕ ਦੂਸਰੇ ਦੇ ਮਾਰਨਾ ਸ਼ੁਰੂ ਕਰ ਦਿੱਤਾ, ਇੱਕ ਦੂਸਰੇ ਨੂੰ ਆਪੋ ਧਾਪੀ ਦੇ ਵਿੱਚ ਲੜਦਿਆਂ ਮਾਰ ਦਿੱਤਾ। ਤੇ ਹੁਣ ਜਿਹੜਾ ਮੱਛੀ ਨੇ ਉਹ ਲੋਹਾ ਬਾਕੀ ਰਹਿੰਦਾ ਨਿਗਲਿਆ ਸੀ, ਕਿਸੇ ਸ਼ਿਕਾਰੀ ਨੇ ਜਾਲ ਪਾਇਆ ਤੇ ਉਹ ਮੱਛੀ ਉਹਦੇ ਜਾਲ ਵਿੱਚ ਆ ਗਈ। ਤੇ ਉਸਨੇ ਜਦੋਂ ਘਰ ਜਾ ਕੇ ਮੱਛੀ ਚੀਰੀ ਤੇ ਉਹਦੇ ਵਿੱਚੋਂ ਪੱਤੀ ਨਿਕਲੀ ਲੋਹੇ ਵਾਲੀ। ਉਸ ਪੱਤੀ ਨੂੰ ਕੱਢ ਕੇ ਉਹਨੇ ਸੋਚਿਆ ਵੀ ਇਹ ਤੇ ਤੀਰ ਦੇ ਉੱਪਰ ਲਾ ਲਈਏ, ਬੜਾ ਵਧੀਆ ਕੰਮ ਕਰੇਗੀ। ਉਹਨੇ ਆਪਣੇ ਤੀਰ ਦੇ ਉੱਪਰ ਲਾ ਲਈ ਨੋਕ ਤੇ ਅੱਗੇ। ਤੇ ਸੰਗਤ ਜੀ ਫੇਰ ਸ਼ਿਕਾਰ ਵਾਸਤੇ ਚੱਲ ਪਿਆ। ਤੇ ਅਗਾਂਹ ਜਦੋਂ ਜੰਗਲ ਦੇ ਵਿੱਚ ਕ੍ਰਿਸ਼ਨ ਇਸ ਚਿੰਤਾ ਵਿੱਚ ਪਿਆ ਸੀ ਵੀ ਇੱਕ ਛੋਟਾ ਜਿਹਾ ਮਖੌਲ ਕੀਤਾ ਤੇ ਸਭ ਕੁਝ ਖਤਮ ਹੋ ਗਿਆ। ਅੱਜ ਯਾਦਵਾਂ ਦੀ ਕੁਲ ਖਤਮ ਹੋ ਗਈ ਹੈ। ਇਹ ਸੋਚਾਂ ਸੋਚਦਾ ਤੇ ਇੱਕ ਲੱਤ ਦੇ ਉੱਪਰ ਆਪਣੀ ਲੱਤ ਧਰੀ ਹੋਈ ਹੈ, ਪੈਰ ਦੇ ਵਿੱਚ ਪਦਮ, ਅੱਡੀ ਦੇ ਵਿੱਚ ਕਹਿੰਦੇ ਪਦਮ ਹੈ, ਉਸ ਦੀ ਚਮਕ ਪੈਂਦੀ ਹੈ। ਸ਼ਿਕਾਰੀ ਦੀ ਨਿਗਾਹ ਪਈ ਜਦੋਂ ਉਸ ਚਮਕ ਤੇ, ਉਹਨੇ ਸੋਚਿਆ ਕਿਸੇ ਜਾਨਵਰ ਦੀ ਅੱਖ ਹੈ। ਉਹਨੇ ਬਹਿ ਕੇ ਸਾਹ ਰੋਕ ਕੇ ਨਿਸ਼ਾਨਾ ਬਣਾਇਆ ਤੇ ਜਾ ਕ੍ਰਿਸ਼ਨ ਦੀ ਅੱਡੀ ਨੂੰ ਮਾਰਿਆ। ਤੇ ਲਾਸਟ ਜਿਹੜਾ ਯਾਦਵਾਂ ਦਾ ਮੇਨ ਸੀ, ਸਮੇਂ ਦਾ ਅਵਤਾਰ ਸੀ, ਇੱਕ ਸ਼ਿਕਾਰੀ ਦੇ ਹੱਥੋਂ ਉਹਦਾ ਵੀ ਵੱਧ ਹੋ ਗਿਆ। ਕਦੇ ਸਾਧੂਆਂ ਦੇ ਬੋਲੇ ਬੋਲ ਵਿਅਰਥ ਨਹੀਂ ਜਾਂਦੇ। ਅਸੀਂ ਇਹਨਾਂ ਨੂੰ ਹਲਕੇ ਵਿੱਚ ਲੈ ਲੈਂਦੇ ਹਾਂ ਵੀ ਚਲੋ ਐਵੇਂ ਫਿਰਦੇ ਆ ਭਗਵੇਂ ਪਾਈ, ਪਰ ਸੱਚ ਦੇ ਰਾਹ ਤੇ ਚੱਲਣ ਵਾਲੇ, ਪਰਮਾਤਮਾ ਨੂੰ ਧਿਆਉਣ ਵਾਲੇ, ਕਦੇ ਵੀ ਉਹਨਾਂ ਦੇ ਬੋਲ ਵਿਅਰਥ ਨਹੀਂ ਜਾਂਦੇ। ਤੇ ਇਸੇ ਤਰ੍ਹਾਂ ਯਾਦਵਾਂ ਦੀ ਕੁਲ ਦਾ ਖਾਤਮਾ ਹੋ ਗਿਆ। ਤਾਂ ਭਗਤ ਜੀ ਕਹਿੰਦੇ ਯਾਦਵ ਇਹ ਫਲ ਪਾਏ। ਥੋੜ੍ਹੀ ਜਿਹੀ ਕੀਤੀ ਤੇ ਮਸ਼ਕਰੀ ਸੀ, ਫਲ ਕਿੰਨਾ ਭੈੜਾ। ਸਾਰੇ ਯਾਦਵਾਂ ਦਾ ਅੰਤ ਹੋ ਗਿਆ, ਸਭ ਮਿਟ ਗਈ, ਕੁਲ ਖਤਮ ਹੋ ਗਈ।
ਤਾਂ ਅੱਗੇ ਕਹਿੰਦੇ ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ। ਹੇ ਦਾਤਾਰ ਪਾਤਸ਼ਾਹ, ਮੇਰੀ ਤੇ ਬੇਨਤੀ ਹੈ ਤੇਰੇ ਚਰਨਾਂ ਵਿੱਚ, ਆਪਣੇ ਦਾਸਰੇ ਤੇ ਕਿਰਪਾ ਕਰ। ਅਰਜ਼ੋਈ ਹੈ ਤੇਰੇ ਚਰਨਾਂ ਵਿੱਚ, ਮੇਰੇ ਉੱਪਰ ਕਿਰਪਾ ਕਰ ਤੇ ਆਪਣੇ ਗੁਣਾਂ ਦੀ ਦਾਤ ਬਖਸ਼ ਦੇ। ਨਾਮ ਦਿਓ ਹਰ ਗੁਣ ਗਾਏ। ਨਾਮ ਦਿਓ ਬੇਨਤੀ ਕਰਦਾ ਹੈ, ਆਪ ਜੀ ਦੇ ਗੁਣ ਗਾਉਣ ਦੀ ਜਾਂਚ ਮੇਰੇ ਜੀਵਨ ਦਾ ਮਕਸਦ ਬਣ ਜਾਏ। ਮੈਂ ਆਪ ਜੀ ਦੇ ਗੁਣ ਗਾ ਕੇ ਆਪ ਜੀ ਦੇ ਵਿੱਚ ਇੱਕ ਦਿਨ ਅਭੇਦ ਹੋ ਜਾਵਾਂ। ਦੁਨੀਆ ਕਹੇ ਨਾਮੈ ਨਾਰਾਇਣ ਨਾਹੀ ਭੇਦ, ਨਾਮਦੇਵ ਤੇ ਨਾਰਾਇਣ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਿਹਾ। ਤਾਂ ਸੰਗਤ ਜੀ, ਇਹ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ, ਜਿਹਦੇ ਵਿੱਚ ਸਾਰੇ ਸ਼ਬਦ ਦਾ ਇੱਕੋ ਹੀ ਸਾਰ ਹੈ ਵੀ ਹੰਕਾਰ ਕਿਸੇ ਵੀ ਗੱਲ ਦਾ ਨਾ ਕਰੋ, ਆਪਣੀ ਸਿਆਣਪ ਚਤੁਰਾਈ ਦਾ ਵੀ ਨਾ ਕਰੋ, ਆਪਣੇ ਧਨ ਦੌਲਤ ਦਾ ਵੀ ਨਾ ਕਰੋ, ਆਪਣੇ ਜੋਬਨ ਜਵਾਨੀ ਸੁੰਦਰਤਾ ਦਾ ਵੀ ਹੰਕਾਰ ਨਾ ਕਰੋ। ਹੰਕਾਰ ਭਾਵ ਕਿਸੇ ਵੀ ਗੱਲ ਦਾ ਹੈ ਮਾੜਾ ਹੀ ਮਾੜਾ ਹੈ। ਨਿਮਾਣਤਾ ਦੇ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਗੁਜ਼ਾਰੋ ਤਾਂ ਗੁਰੂ ਪਰਮਾਤਮਾ ਦੀਆਂ ਖੁਸ਼ੀਆਂ ਮਿਲਦੀਆਂ ਨੇ। ਤੇ ਅਸੀਂ ਗੁਰੂ ਪਰਮਾਤਮਾ ਦੀਆਂ ਖੁਸ਼ੀਆਂ ਲੈ ਲਈਏ। ਸਾਡੇ ਵਾਸਤੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਜਿੱਤ ਇਹੀ ਹੈ, ਅਸੀਂ ਪਰਮਾਤਮਾ ਨੂੰ ਪਿਆਰੇ ਲੱਗ ਜਾਈਏ। ਪਰਮਾਤਮਾ ਸਾਡੇ ਵੱਲ ਆਪਣਾ ਧਿਆਨ ਰੱਖੇ। ਉਹ ਤੇ ਰੱਖਦਾ ਹੈ, ਪਰ ਅਸੀਂ ਪਰਮਾਤਮਾ ਵੱਲ ਧਿਆਨ ਨਹੀਂ ਦਿੰਦੇ। ਤੇ ਜਿਸ ਦਿਨ ਸਾਡਾ ਪਰਮਾਤਮਾ ਵੱਲ ਧਿਆਨ ਹੋਣਾ ਸ਼ੁਰੂ ਹੋ ਗਿਆ, ਉਸ ਦਿਨ ਫਿਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਹਦੇ ਅਸੀਂ ਅੰਮ੍ਰਿਤ ਵੇਲੇ ਜਾ ਕੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਸ਼ੁਰੂ ਕਰ ਦੇਵਾਂਗੇ। ਉਹਦੇ ਸਾਡੇ ਘਰੋਂ ਆਵਾਜ਼ ਆਏਗੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰਨਾ। ਸ਼ਾਮ ਨੂੰ ਆਵਾਜ਼ ਆਏਗੀ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਦਾ ਮਨ ਕੀ, ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਥੂਰੇ। ਆਓ ਗੁਰੂ ਚਰਨਾਂ ਦਾ ਧਿਆਨ ਧਰੀਏ, ਲਵਾਈਏ ਹਾਜ਼ਰੀ ਸਿਮਰਨ ਦੇ ਵਿੱਚ। ਇਕਾਗਰ ਚਿੱਤ ਹੋ ਕੇ ਆਪਣੀ ਸੁਰਤ ਵਿਰਤ ਨੂੰ ਗੁਰੂ ਚਰਨਾਂ ਵਿੱਚ ਜੋੜੋ ਜਾਣੋ। ਗੁਰੂ ਸਾਹਿਬ ਸਾਡੇ ਅੰਗ ਸੰਗ ਸਾਡਾ ਕੀਤਾ ਸਿਮਰਨ ਸੁਣ ਰਹੇ ਨੇ ਤੇ ਸਾਡੀ ਰਸਨਾ ਪ੍ਰੇਮ ਸਤਿਕਾਰ ਦੇ ਨਾਲ ਸਿਮਰਨ ਦੇ ਵਿੱਚ ਨਿਸੰਗ ਹੋ ਕੇ ਆਵਾਜ਼ ਦੇਵੇ ਤੇ ਅਸੀਂ ਮਨ ਜੋੜ ਕੇ ਤਨ ਜੋੜ ਕੇ ਗੁਰੂ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ।